ਵਾਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਤੱਕ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸਰਵਣ ਕੀਤਾ ਸੀ। ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਬੈਠੇ ਹੋਇਆ ਉਪਦੇਸ਼ ਦਿੰਦੇ ਆ, ਜਿੱਥੇ ਕਲਯੁਗ ਦੇ ਲੱਛਣਾਂ ਨੂੰ ਬਿਆਨ ਕਰਦੇ ਨੇ। ਉੱਥੇ ਸਤਿਗੁਰੂ ਜੀ ਨੇ ਆਪਣਾ ਉਪਦੇਸ਼ ਬਖਸ਼ਿਸ਼ ਕਰਦਿਆਂ ਪਾਵਨ ਸ਼ਬਦ ਆਪਣੀ ਰਸਨਾ ਤੋਂ ਉਚਾਰਨ ਕੀਤਾ। ਮੋਤੀ ਤਮੰਦਰ ਉਸਰਿਆਂ ਦਤਨੀ ਤਾਂ ਹੋ ਹੀ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲਈ ਪਾਵੇ ਚਾਉ, ਮਤ ਦੇਖ ਭੂਲਾਂ ਵੀ ਸਰਿਆ ਤੇ ਰਚੇ ਨਾ ਆਵੇ ਨੌ, ਹਰ ਬਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ। ਇਹ ਸਾਰੇ ਦਾ ਸਾਰਾ ਪਾਵਨ ਸ਼ਬਦ ਸਤਿਗੁਰੂ ਜੀ ਨੇ ਉੱਥੇ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਕੇ ਤੇ ਉਪਦੇਸ਼ ਬਖਸ਼ਿਸ਼ ਕੀਤਾ ਵੀ ਅਕਾਲ ਪੁਰਖ ਪਰਮੇਸ਼ਵਰ ਤੋਂ ਬਿਨਾਂ, ਉਹਦੇ ਚਿੰਤਨ ਤੋਂ ਬਿਨਾਂ, ਉਹਦੀ ਯਾਦ ਤੋਂ ਬਿਨਾਂ ਦੁਨੀਆ ਦਾ ਕੋਈ ਵੀ ਵਸਤੂ, ਕੋਈ ਵੀ ਪਦਾਰਥ ਜਿਹੜਾ ਉਹ ਕਦੇ ਜ਼ਿੰਦਗੀ ਦੇ ਅੰਦਰ ਟਿਕਾ ਤੇ ਸਕੂਨ ਜਿਹੜਾ ਉਹ ਨਹੀਂ ਬਖਸ਼ ਸਕਦਾ। ਜਦੋਂ ਜੀਵਨ ਦੇ ਅੰਦਰ ਸਕੂਨ ਦੀ ਗੱਲ ਆਉਂਦੀ ਹੈ, ਜ਼ਿੰਦਗੀ ਵਿੱਚ ਟਿਕਾ ਦੀ ਗੱਲ ਆਉਂਦੀ ਹੈ, ਤੇ ਇਨਸਾਨ ਨੂੰ ਟਿਕਾ ਵਾਸਤੇ ਆਪਣੇ ਜੀਵਨ ਤੇ ਆਪਣੇ ਸਰੀਰ ਨੂੰ ਔਰ ਆਪਣੇ ਮਨ ਨੂੰ ਟਿਕਾ ਲੈਣਾ ਲਾਜ਼ਮੀ ਹੈ। ਜਿੰਨਾ ਚਿਰ ਇਨਸਾਨ ਮਨ ਕਰਕੇ ਦੌੜ ਭੱਜ ਕਰ ਰਿਹਾ ਹੈ ਜਾਂ ਮਨ ਕਰਕੇ ਦੌੜਿਆ ਫਿਰਦਾ, ਉਹਨਾਂ ਚਿਰ ਜ਼ਿੰਦਗੀ ਅੰਦਰ ਕਦੇ ਟਿਕਾ ਨਹੀਂ ਹੈ। ਜਿਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਪਾਵਨ ਉਪਦੇਸ਼ ਜਦੋਂ ਬਖਸ਼ਿਸ਼ ਕੀਤਾ ਤੇ ਸਭਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਤੇ ਮਾਲਕ ਜੀ ਅੱਗੇ ਅਰਜ਼ੋਈ ਕੀਤੀ ਵੀ ਸਤਿਗੁਰੂ ਜੀਓ ਵੀ ਅਸੀਂ ਆਪ ਜੀ ਨੂੰ ਭੇਟਾ ਜ਼ਰੂਰ ਕੋਈ ਨਾ ਕੋਈ ਦੇਣੀ ਚਾਹੁੰਦੇ ਹਾਂ। ਤੇ ਮਾਲਕ ਜੀ ਨੇ ਉੱਥੇ ਜ਼ਿਕਰ ਕਰਦੇ ਆਖਿਆ ਵੀ ਜੇ ਭੇਟਾ ਦੇਣ ਦੀ ਬਾਤ ਹੈ ਤੇ ਫਿਰ ਇਉਂ ਕਰੋ, ਜੋ ਦਾਨ ਇਸ਼ਨਾਨ ਭਲੇ ਗੁਣ ਨੇ ਉਹ ਕਦੇ ਵੀ ਜੀਵਨ ਦੇ ਅੰਦਰੋਂ ਨਾ ਵਿਸਰਨ, ਉਹ ਭਲੇ ਗੁਣ ਸਦੀਵ ਜ਼ਿੰਦਗੀਆਂ ਦੇ ਵਿੱਚ ਵਸੇ ਰਹਿਣ। ਇਸ ਤਰ੍ਹਾਂ ਸਤਿਗੁਰੂ ਜੀ ਨੇ ਭੈੜੀ ਬਿਰਤੀ ਤੋਂ, ਭੈੜੇ ਸਮੇਂ ਤੋਂ ਬਚਣ ਦਾ ਜਿਹੜਾ ਤਰੀਕਾ ਹੈ ਉਹ ਦੱਸਿਆ। ਜਿਵੇਂ ਸਮਾਂ ਜਿਹੜਾ ਇਹਨੇ ਗੁਜ਼ਰਨਾ ਹੈ, ਅਸੀਂ ਸਮੇਂ ਨੂੰ ਕਦੇ ਪਕੜ ਕੇ ਰੱਖ ਨਹੀਂ ਸਕਦੇ। ਪਹਿਲਾਂ ਵੀ ਆਪ ਜੀ ਅੱਗੇ ਬੇਨਤੀ ਕੀਤੀ ਹੈ ਵੀ ਘੜੀ ਦੀਆਂ ਸੂਈਆਂ ਤੇ ਫੜ ਕੇ ਬੈਠ ਸਕਦੇ ਹਾਂ, ਪਰ ਸਮੇਂ ਨੂੰ ਨਹੀਂ ਅਸੀਂ ਰੋਕ ਸਕਦੇ। ਔਰ ਉਹ ਸਮਾਂ ਚਾਹੇ ਅਸੀਂ ਚੰਗੇ ਕੰਮ ਕਰੀਏ ਤੇ ਭਾਵੇਂ ਮੰਦੇ ਕਰੀਏ, ਉਹਨੇ ਲੰਘਣਾ ਹੈ। ਔਰ ਇੱਕ ਸਮੇਂ ਵਿੱਚ ਇੱਕੋ ਹੀ ਕਰਮ ਹੋਣਾ, ਜਾਂ ਚੰਗਾ ਹੋਏਗਾ ਤੇ ਜਾਂ ਮਾੜਾ ਹੋਏਗਾ। ਕਿਉਂ ਨਾ ਅਸੀਂ ਆਪਣੇ ਜਿੰਨਾ ਵੀ ਸਮਾਂ ਸਾਡੇ ਕੋਲ ਹੈ, ਇੱਕ ਦਿਨ ਵਿੱਚ ਸਾਡੇ ਕੋਲ 24 ਘੰਟੇ ਨੇ, ਜ਼ਿੰਦਗੀ ਵਿੱਚ ਸਾਡੇ ਕੋਲ ਜਿੰਨੇ ਸਾਲ ਨੇ, ਅਸੀਂ ਉਹਨਾਂ ਸਾਲਾਂ ਦੇ ਵਿੱਚ ਕੋਸ਼ਿਸ਼ ਇਹ ਨਾ ਕਰੀਏ ਵੀ ਮੈਂ ਮਾੜੇ ਕੰਮਾਂ ਨੂੰ ਨਾ ਕਰਾਂ, ਇਹ ਪਾਸਾ ਵੱਖਰਾ ਰੱਖ ਦਿਓ। ਅਸੀਂ ਯਤਨ ਇਹ ਕਰੀਏ ਵੀ ਮੈਂ ਚੰਗੇ ਕਰਮ ਕਰਾਂ। ਜਦੋਂ ਚੰਗੇ ਕਰਾਂਗੇ ਸਮਾਂ ਉਹਨਾਂ ਵਿੱਚ ਗੁਜ਼ਰ ਜਾਣਾ, ਮਾੜੇ ਆਪਣੇ ਆਪ ਰਹਿ ਜਾਣਗੇ। ਔਰ ਅਸੀਂ ਪਤਾ ਕੀ ਕਰਦੇ ਹਾਂ, ਅਸੀਂ ਆਪਣੀ ਬਿਰਤੀ ਦੇ ਵਿੱਚ ਇੱਕ ਖਿਆਲ ਜਿਹੜਾ ਉਹਨੂੰ ਟਿਕਾ ਲੈਂਦੇ ਵੀ ਮੈਂ ਮਾੜਾ ਕੰਮ ਕਰਨਾ ਨਹੀਂ। ਉਹ ਜਿਹੜਾ ਮਾੜਾ ਕੰਮ ਨਾ ਕਰਨ ਦਾ ਖਿਆਲ ਨਾ, ਉਹਨੇ ਮਾੜੇ ਕੰਮ ਦੇ ਪ੍ਰਤੀ ਖਿਆਲ ਉਪਜਾਈ ਜਾਣੇ ਨੇ, ਪੈਦਾ ਕਰੀ ਜਾਣੇ ਨੇ। ਤੇ ਉਹ ਖਿਆਲ ਤੇ ਹੁਣ ਕਹਿ ਰਿਹਾ ਵੀ ਕੰਮ ਨਹੀਂ ਕਰਨਾ, ਪਰ ਉਹਦੇ ਤੇ ਪ੍ਰਭਾਵ ਮਨ ਨੇ ਆ ਕੇ ਪਾ ਲੈਣਾ ਤੇ ਉਹ ਭੈੜਾ ਕਰਮ ਇਨਸਾਨ ਫਿਰ ਕਰ ਬੈਠਦਾ। ਇਸ ਲਈ ਇਹ ਖਿਆਲ ਉਪਜਣ ਤੋਂ ਜਾਂ ਆਪਣੇ ਅੰਦਰ ਉਪਜਾਉਣ ਤੋਂ ਪਹਿਲਾਂ ਅਸੀਂ ਇਹ ਖਿਆਲ ਉਪਜਾਈਏ ਵੀ ਮੈਂ ਚੰਗਾ ਕਰਮ ਕਰਨਾ ਹੈ ਜਾਂ ਮੈਂ ਚੰਗਾ ਕੰਮ ਕਰ ਰਿਹਾ ਹਾਂ। ਜਦੋਂ ਇਹ ਖਿਆਲ ਉਪਜੇਗਾ, ਚੰਗਾ ਕੰਮ ਕਰਾਂਗੇ, ਸਮਾਂ ਉਹ ਗੁਜ਼ਰ ਜਾਣਾ ਹੈ। ਇਸੇ ਕਰਕੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਪਾਵਨ ਬਚਨ ਆਪਣੀ ਰਚਨਾ ਤੋਂ ਆ ਕੇ ਨਹ ਬਿਲੰਬ ਧਰਮੰ ਬਿਲੰਬ ਪਾਪੰ, ਧਰਮ ਦਾ ਕੰਮ ਕਰਨ ਲੱਗਿਆਂ ਕਦੇ ਦੇਰੀ ਨਾ ਕਰ, ਪਾਪ ਕਰਨ ਲੱਗਿਆਂ ਦੇਰੀ ਕਰ, ਹੋ ਸਕਦਾ ਪਾਪ ਕਰਨ ਵਾਲਾ ਸਮਾਂ ਟਲ ਜਾਏ। ਜਾਂ ਇਹਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਸੱਜਣਾ ਜੇ ਕਿਤੇ ਧਰਮ ਦਾ ਕੰਮ ਕਰਨ ਲੱਗਿਆਂ ਤੇਰੇ ਕੋਲੋਂ ਦੇਰੀ ਹੋ ਗਈ ਤੇ ਤੂੰ ਪਾਪ ਕਰ ਬੈਠਣਾ ਹੈ। ਇਸ ਲਈ ਅਸੀਂ ਚੰਗਾ ਕਰਮ ਕਰੀਏ, ਮਾੜੇ ਆਪਣੇ ਆਪ ਰਹਿ ਜਾਣਗੇ, ਮਾੜੇ ਆਪਣੇ ਆਪ ਹੀ ਕਰਮ ਛੁੱਟ ਜਾਣਗੇ। ਸਤਿਗੁਰੂ ਜੀ ਨੇ ਉੱਥੇ ਉਪਦੇਸ਼ ਦਿੱਤਾ ਵੀ ਚੰਗੇ ਕਰਮ ਜਿਹੜੇ ਉਹ ਜੀਵਨ ਅੰਦਰ ਵਸੇ ਰਹਿਣ। ਇਸ ਤਰ੍ਹਾਂ ਮਾਲਕ ਪਾਤਸ਼ਾਹ ਜੀ ਦਾ ਉਪਦੇਸ਼ ਉਹਨਾਂ ਸਭਨਾਂ ਨੇ ਗ੍ਰਹਿਣ ਕਰਦਿਆਂ ਹੋਇਆਂ ਸਤਿਗੁਰੂ ਜੀ ਕੇ ਦਰਸਾਈ ਮਾਰਗ ਤੇ ਚੱਲਣਾ ਸ਼ੁਰੂ ਕੀਤਾ। ਸਭਨਾਂ ਦਾ ਜੀਵਨ ਬੜਾ ਸੋਹਣਾ ਸੁੱਖਾਂ ਭਰਿਆ ਬਣ ਗਿਆ। ਔਰ ਉੱਥੇ ਕੁਝ ਦਿਨ ਗੁਜ਼ਾਰਨ ਤੋਂ ਬਾਅਦ ਵਿੱਚ ਸਤਿਗੁਰੂ ਜੀ ਨੇ ਅਗਾਂਹ ਚੱਲਣ ਦਾ ਜਿਹੜਾ ਫੈਸਲਾ ਉਹ ਕੀਤਾ। ਤੇ ਉਸ ਤੋਂ ਅਗਾਂਹ ਸਤਿਗੁਰੂ ਜੀ ਕਿਵੇਂ ਚੱਲਦੇ ਨੇ, ਕਿਸ ਇਲਾਕੇ ਵਿੱਚ ਸਾਹਿਬ ਜੀ ਜਾ ਕੇ ਆਪਣੇ ਪਾਵਨ ਚਰਨ ਪਾਉਂਦੇ ਨੇ, ਔਰ ਉੱਥੇ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਕਿਹੜਾ ਪਾਵਨ ਉਪਦੇਸ਼ ਹੈ ਜੋ ਮਨੁੱਖਾਂ ਦੀ ਝੋਲੀ ਵਿੱਚ ਸਤਿਗੁਰੂ ਜੀ ਪਾਉਂਦੇ ਨੇ। ਆਓ ਆਪਾਂ ਅਗਲੇਰੇ ਪ੍ਰਸੰਗ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਪਾਤਸ਼ਾਹ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੇ ਇਤਿਹਾਸ ਔਰ ਆਪਣੀ ਬਾਣੀ ਦੀਆਂ ਵਿਚਾਰਾਂ ਸਤਿਗੁਰੂ ਜੀ ਆਪ ਕਰਵਾ ਲੈਣ। ਔਰ ਆਪ ਸਰਬੱਤ ਸੰਗਤ ਬਖਸ਼ੋ, ਅਸੀਸ ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਨੂੰ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਤਿਗੁਰੂ ਜੀ ਕੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੇ ਫਿਰ ਆਗੇ ਪਿਖੈ ਪਾਪ ਭਾਗੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਨਾਨਕ ਪ੍ਰਕਾਸ਼, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਔਰ ਲੜੀ ਨੂੰ ਜੋੜਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਕਿ ਜਿਸ ਵਕਤ ਸਤਿਗੁਰੂ ਜੀ ਨੇ ਉੱਥੇ ਆਪਣਾ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ, ਉੱਥੇ ਸਭਨਾਂ ਨੇ ਉਹ ਉਪਦੇਸ਼ ਨੂੰ ਗ੍ਰਹਿਣ ਕੀਤਾ। ਤੇ ਉਹ ਤੋਂ ਬਾਅਦ ਵਿੱਚ ਗੁਰੂ ਨਾਨਕ ਸਾਹਿਬ ਜੀ ਅਗਾਂਹ ਮਾਰਗ ਦੇ ਉੱਤੇ ਚੱਲੇ। ਉਹ ਗੁਰੂ ਨਾਨਕ ਪਾਤਸ਼ਾਹ ਜੀ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਜਿਹੜੇ ਪਾਪ ਨੇ ਉਹ ਨਾਸ਼ ਹੋ ਜਾਂਦੇ ਨੇ, ਪਾਪ ਜੀਵਨ ਵਿੱਚੋਂ ਚਲੇ ਜਾਂਦੇ ਨੇ। ਹੁਣ ਇੱਥੇ ਦਰਸ਼ਨ ਕਰਨ ਤੋਂ ਭਾਵ ਇਹ ਹੋਇਆ ਵੀ ਬਾਬੇ ਨਾਨਕ ਜੀ ਦੇ ਦਰਸ਼ਨ ਕਰਕੇ ਉਹਨਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਨਾ, ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਨੂੰ ਧਾਰਨ ਕਰਨਾ। ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਉਪਦੇਸ਼ ਨੂੰ, ਉਹਨਾਂ ਦੀ ਸਿੱਖਿਆ ਨੂੰ ਧਾਰਨ ਕੀਤਾ ਤੇ ਜੀਵਨ ਵਿੱਚੋਂ ਕੀ ਨਾਸ਼ ਹੋਏਗਾ? ਪਾਪ ਖਤਮ ਹੋ ਜਾਣਗੇ, ਭੈੜੇ ਕਰਮਾਂ ਤੋਂ ਛੁਟਕਾਰਾ ਹੋ ਜਾਏਗਾ, ਪਾਪ ਜ਼ਿੰਦਗੀ ਵਿੱਚੋਂ ਮੁੱਕ ਜਾਣਗੇ। ਤੇ ਕਵੀ ਜੀ ਕਹਿੰਦੇ ਵੀ ਉਹ ਗੁਰੂ ਨਾਨਕ ਸਾਹਿਬ ਜੀ ਅਗਾਂਹ ਚੱਲ ਪਏ ਅਗਲੇ ਮਾਰਗ ਦੇ ਉੱਤੇ, ਜਿਨ੍ਹਾਂ ਦੇ ਦੀਦਾਰ ਕੀਤੇ ਆ ਪਾਪਾਂ ਤੋਂ, ਭੈੜੇ ਕਰਮਾਂ ਤੋਂ ਜੀਵ ਦਾ ਛੁਟਕਾਰਾ ਹੋ ਜਾਂਦਾ ਹੈ। ਮਹਾਨ ਦਾਨ ਦਾਤਾ ਸਭੈ ਲੋਕ ਖਿਆਤਾ। ਬਹੁਤ ਵੱਡੇ ਦਾਤਾ ਜੀ ਗੁਰੂ ਨਾਨਕ ਪਾਤਸ਼ਾਹ, ਜਿਹੜੇ ਸਭਨਾਂ ਲੋਕਾਂ ਦੇ ਉੱਤੇ ਬਖਸ਼ਿਸ਼ ਕਰਨ ਵਾਲੇ, ਸਭਨਾਂ ਦੇ ਉੱਤੇ ਰਹਿਮਤ ਵਾਲੇ ਮਹਾਨ ਦਾਤਾ ਜੀ, ਸਭਨਾਂ ਦੀਆਂ ਝੋਲੀਆਂ ਭਰਨ ਵਾਲੇ। ਔਰ ਕੋਈ ਚੱਲ ਕੇ ਦਰ ਉੱਤੇ ਆ ਜਾਏ, ਸਭਨਾਂ ਨੂੰ ਵਰਸਾਉਣ ਵਾਲੇ ਮਾਲਕ ਪਾਤਸ਼ਾਹ ਜੀ ਅਗਲੇ ਮਾਰਗ ਤੇ ਚੱਲਦੇ ਹਨ। ਸੁਬੈ ਸੰਗ ਦੋ ਵੱਡੇ ਪਗ ਜੋ। ਔਰ ਸਾਹਿਬ ਜੀ ਦੇ ਨਾਲ ਉਹਨਾਂ ਦੇ ਦੋ ਸਾਥੀ ਉਹ ਬੜੀ ਸ਼ੋਭਾ ਪਾ ਰਹੇ, ਉਹ ਵੀ ਬੜੇ ਚੰਗੇ ਕਰਮਾਂ ਦੇ ਮਾਲਕ ਨੇ, ਬਖਸ਼ਿਸ਼ ਦੇ ਪਾਤਰ ਨੇ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਚੱਲੇ ਜਾ ਰਹੇ ਤੇ ਉਹ ਵੀ ਸ਼ੋਭਾ ਪਾਉਂਦੇ ਹਨ। ਆਇਓ ਏਕ ਗ੍ਰਾਮ ਪਿਖਿਓ ਗਿਆਨ ਤਾਮ। ਸਤਿਗੁਰੂ ਜੀ ਜਦੋਂ ਪਿੰਡਾਂ ਤੈਅ ਕਰਦਿਆਂ ਜਾ ਰਹੇ ਨੇ ਤੇ ਇੱਕ ਨਗਰ ਆਉਂਦਾ, ਇੱਕ ਗ੍ਰਾਮ ਆਇਆ, ਪਿੰਡ ਆਇਆ ਇੱਕ, ਤੇ ਦੀਨ ਦਇਆਲ ਪਾਤਸ਼ਾਹ ਜੀ ਨੇ ਉਹ ਪਿੰਡ ਆਪਣੀਆਂ ਨੇਤਰਾਂ ਨਾਲ ਵੇਖਿਆ। ਉਸ ਪਿੰਡ ਵੱਲ ਗੁਰੂ ਸਾਹਿਬ ਜੀ ਧਾਤ ਮਾਰਦੇ ਹਨ। ਤਹਾਂ ਬਿਸਹੇਰਾ ਤਹਾਂ ਕੀ ਨਡੇਰਾ। ਔਰ ਉੱਥੇ ਜਦੋਂ ਗ੍ਰਾਮ ਦੇ ਕੋਲ ਗਏ ਤੇ ਉੱਥੇ ਇੱਕ ਸੁੰਦਰ ਬ੍ਰਿਸ਼ ਗੁਰੂ ਨਾਨਕ ਸਾਹਿਬ ਨੇ ਵੇਖਿਆ। ਔਰ ਉਹਦੇ ਹੇਠਾਂ ਜਾ ਕੇ ਗੁਰੂ ਨਾਨਕ ਸਾਹਿਬ ਨੇ ਆਪਣਾ ਟਿਕਾਣਾ ਕਰ ਲਿਆ। ਮਾਲਕ ਪਾਤਸ਼ਾਹ ਜੀ ਆਸਣ ਲਾ ਕੇ ਬੈਠ ਗਏ। ਇੱਕ ਡੂਮ ਆਇਓ ਸੁਦਾ ਤੇ ਦੁਖਾਇਓ। ਔਰ ਉੱਥੇ ਨਾ ਇੱਕ ਲੋੜਵੰਦ ਚੱਲ ਕੇ ਆਉਂਦਾ, ਗਰੀਬ ਜਿਹਾ ਲਾਚਾਰ ਜਿਹਾ ਮਨੁੱਖ ਚੱਲ ਕੇ ਆਇਆ। ਉਹ ਗੁਰੂ ਨਾਨਕ ਸਾਹਿਬ ਜੀ ਕੋਲ ਆਉਂਦਾ, ਜਦੋਂ ਉਹਨੇ ਵੇਖਿਆ ਭੱਜਿਆ ਆਉਂਦਾ, ਭੁੱਖ ਨਾਲ ਉਹ ਵਿਲਕ ਰਿਹਾ, ਤੜਫ ਰਿਹਾ ਭੁੱਖ ਦੇ ਨਾਲ ਆਇਆ, ਮਤਲਬ ਭੋਜਨ ਦੀ ਤਲਾਸ਼ ਵਿੱਚ ਆਇਆ, ਉਹ ਦੌੜਿਆ ਆਇਆ।
ਔਰ ਪੇਟ ਕਰਕੇ ਇੰਨਾ ਕੁ ਭੁੱਖ ਕਰਕੇ ਇੰਨਾ ਕੁ ਵਿਆਕੁਲ ਹੈ ਵੀ ਉਹ ਹੁਣ ਇੱਥੋਂ ਤੱਕ ਵੀ ਕੁਝ ਵੀ ਛਕਣ ਵਾਸਤੇ ਮਿਲ ਜਾਏ ਮੈਂ ਛਕ ਲਾਂਗਾ। ਇਦਾਂ ਦੀ ਹਾਲਾਤ ਵਾਲਾ ਇੱਕ ਮਨੁੱਖ ਉਸ ਜਗ੍ਹਾ ਦੇ ਉੱਤੇ ਚੱਲ ਕੇ ਆਉਂਦਾ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਸ਼ਸ਼ੋਭਤ ਹਨ। ਕਹੇ ਬੈਨੂ ਐਸੇ ਪਿਖੇ ਉਪ ਜੈਸੇ। ਉਹਨੇ ਸਾਹਿਬ ਜੀ ਦੇ ਦਰਸ਼ਨ ਕੀਤੇ, ਗੁਰੂ ਨਾਨਕ ਸਾਹਿਬ ਨੂੰ ਆਪਣੀਆਂ ਅੱਖਾਂ ਨਾਲ ਵੇਖੇ ਤੇ ਵੇਖ ਕੇ ਨਾ ਧੰਨ ਗੁਰੂ ਨਾਨਕ ਸਾਹਿਬ ਨੂੰ ਆਪਣੀ ਰਸਨਾ ਤੋਂ ਬੋਲਦਾ ਹੋਇਆ ਆਖਦਾ, ਕਹਿੰਦਾ ਜੀ ਚਿਹਰੇ ਤੋਂ ਆਪ ਜੀ ਦੇ ਇਉਂ ਲੱਗਦਾ ਵੀ ਜਿਵੇਂ ਆਪ ਜੀ ਬਹੁਤ ਵੱਡੇ ਬਾਦਸ਼ਾਹ ਹੋ। ਵੀ ਆਪ ਜੀ ਦਾ ਸਰੂਪ ਵੇਖ ਕੇ, ਆਪ ਜੀ ਦਾ ਮੁਖ ਵੇਖ ਕੇ ਮੈਂ ਇਹ ਮਹਿਸੂਸ ਕਰ ਰਿਹਾ ਹਾਂ ਕਿ ਆਪ ਜੀ ਕੋਈ ਬਹੁਤ ਵੱਡੇ ਬਾਦਸ਼ਾਹ ਹੋ। ਕਸੂਦੇ ਸੋਈ ਪਿਸਾ ਕਰੋ ਪੂਰੇ ਸਾ। ਵੀ ਆਪ ਜੀ ਨਾ ਮੈਨੂੰ ਕੁਝ ਪਿੱਛਾ ਦਿਓ, ਮਤਲਬ ਕੋਈ ਭਿੱਖਿਆ ਦਿਓ ਮੈਨੂੰ, ਮੈਂ ਭੁੱਖਾ ਹਾਂ ਪੇਟ ਕਰਕੇ, ਵਿਆਕੁਲ ਹਾਂ ਮੈਂ ਸ਼ੁੱਧਾ ਕਰਕੇ, ਤੇ ਮੇਰੀ ਇੱਛਾ ਮੇਰੀ ਕਾਮਨਾ ਜਿਹੜੀ ਹੈ ਇਸ ਕਾਮਨਾ ਨੂੰ ਪੂਰੀਆਂ ਕਰੋ। ਮੈਨੂੰ ਕੁਝ ਨਾ ਕੁਝ ਛਕਣ ਵਾਸਤੇ, ਮੇਰੀ ਜ਼ਰੂਰਤ ਨੂੰ ਪੂਰੀਆਂ ਕਰਨ ਵਾਸਤੇ ਆਪ ਜੀ ਆਪਣੇ ਕੋਲੋਂ ਭਿੱਖਿਆ ਰੂਪ ਵਜੋਂ ਮੇਰੀ ਝੋਲੀ ਜਿਹੜੀ ਉਹਦੇ ਵਿੱਚ ਕੁਝ ਪਾਵੋ। ਉਦਾਰੀ ਦੀਦਾਰੀ ਅਸੋਕੀ ਲਿਲਾਰੀ। ਆਪ ਜੀ ਜਿਹੜੇ ਨਾ ਬਹੁਤ ਉਦਾਰ ਚਿੱਤ ਵਾਲੇ ਹੋ ਔਰ ਆਪ ਜੀ ਦੇ ਦਰਸ਼ਨ ਬੜੇ ਕੀਮਤੀ ਨੇ। ਆਪ ਜੀ ਦੇ ਦਿਦਾਰਾਂ ਸਦਕਾ, ਦਰਸ਼ਨਾਂ ਸਦਕਾ ਮਨ ਨੂੰ ਸਕੂਨ ਬਹੁਤ ਮਿਲਿਆ ਹੈ। ਆਪ ਜੀ ਕਿਰਪਾ ਕਰੋ, ਕਿਉਂਕਿ ਆਪ ਜੀ ਦਾ ਜਿਹੜਾ ਚਿਹਰਾ ਹੈ, ਆਪ ਜੀ ਦਾ ਜਿਹੜਾ ਮਸਤਕ ਹੈ, ਇਹ ਮਸਤਕ ਵੀ ਇਉਂ ਬੜਾ ਖਿੜਿਆ ਹੋਇਆ ਵੀ ਇਹ ਨਹੀਂ ਵੀ ਆਪ ਜੀ ਦੇ ਚਿਹਰੇ ਉੱਤੇ ਕਿਸੇ ਤਰ੍ਹਾਂ ਦੀ ਮਾਯੂਸੀ ਨਜ਼ਰ ਆਉਂਦੀ ਹੋਵੇ ਜਾਂ ਕਿਸੇ ਤਰ੍ਹਾਂ ਦੀ ਚਿੰਤਾ ਨਜ਼ਰ ਆਉਂਦੀ ਹੋਵੇ। ਆਪ ਜੀ ਤੇ ਬੜੇ ਖਿੜੇ ਮੱਥੇ ਵਾਲੇ ਹੋ। ਸੁਣਿਓ ਸਰੋਨ ਬੈਨ ਦਇਆਵਾਨ ਨੈਣ। ਸਤਿਗੁਰੂ ਜੀ ਨੇ ਨਾ ਉਹਦੇ ਮੁਖਾਰਬਿੰਦ ਤੋਂ ਇਹ ਸਾਰੇ ਬਚਨ ਸੁਣੇ ਵੀ ਕਿਵੇਂ ਉਹ ਸਾਹਿਬ ਜੀ ਦੀ ਸ਼ੋਭਾ ਗਾਇਨ ਕਰ ਰਿਹਾ। ਤੇ ਦਇਆ ਦੇ ਘਰ ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਉਸ ਦੀ ਇਹ ਬਾਣੀ ਨੂੰ ਸੁਣਦੇ ਹਨ, ਦੀਪੈ ਰੂਪ ਸੋਭਾ ਕਵੀ ਚਿਤ ਲੋਭਾ। ਕਹਿੰਦੇ ਸਾਹਿਬ ਜੀ ਦਾ ਜਿਹੜਾ ਰੂਪ ਹੈ ਉਹ ਵਾਕਈ ਬੜਾ ਸ਼ੋਭਾ ਵਾਲਾ ਹੈ, ਬੜੀ ਵਡਿਆਈ ਵਾਲਾ ਹੈ। ਇੰਨਾ ਕੁ ਸ਼ੋਭਾ ਵਾਲਾ ਰੂਪ ਹੈ ਗੁਰੂ ਨਾਨਕ ਸਾਹਿਬ ਜੀ ਦਾ, ਇੰਨਾ ਕੁ ਸੁੰਦਰ ਰੂਪ ਹੈ। ਕਵੀ ਜੀ ਕਹਿੰਦੇ ਵੀ ਮੇਰਾ ਵੀ ਚਿੱਤ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਨੂੰ ਵੇਖ ਕੇ ਲੁਭਾਈਮਾਨ ਹੁੰਦਾ ਹੈ। ਮਤਲਬ ਮੇਰਾ ਵੀ ਚਿੱਤ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਤੇ ਦਿਦਾਰਾਂ ਨੂੰ ਲੋਚਦਾ ਹੈ। ਭਨੇ ਬੈਨੂ ਐਸੇ ਸੁਦਾਸਨ ਜੈਸੇ। ਔਰ ਸਤਿਗੁਰੂ ਜੀ ਨੇ ਨਾ ਆਪਣੇ ਮੁਖਾਰਬਿੰਦ ਤੋਂ ਫਿਰ ਬਹੁਤ ਸੋਹਣੇ ਨਾ ਬਚਨ ਬੋਲੇ ਤੇ ਉਹ ਬਚਨ ਇੰਜ ਲੱਗ ਰਿਹਾ ਸੀ ਵੀ ਮਾਨੋ ਜਿਵੇਂ ਮੁਖ ਤੋਂ ਨਾ ਅੰਮ੍ਰਿਤ ਚੋਰਿਆ ਹੋਵੇ। ਬੜੀ ਮਿੱਠੀ ਸ਼ਬਦਾਵਲੀ, ਬੜੇ ਪਿਆਰੇ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਆਪਣੇ ਮੁਖਾਰਬਿੰਦ ਤੋਂ ਆਖਦੇ ਹਨ। ਜੂ ਹੈ ਮੂਲ ਸਾਖੀ ਤਹਾਂ ਦੇਖਵਾ ਕੀ। ਔਰ ਉਸ ਵਕਤ ਨਾ ਫਿਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਉਹਨੇ ਆਪਣੀ ਇੱਛਾ ਰੱਖੀ, ਆਪਣੀ ਮਨ ਦੀ ਭਾਵਨਾ ਰੱਖੀ, ਉਹ ਸੀ ਲੋੜਵੰਦ, ਜ਼ਰੂਰਤਮੰਦ, ਤੇ ਉਹ ਕੇਵਲ ਧੰਨ ਗੁਰੂ ਨਾਨਕ ਸਾਹਿਬ ਜੀ ਕੋਲ ਇੱਛਾ ਇਹ ਲੈ ਕੇ ਆਇਆ ਵੀ ਬਾਦਸ਼ਾਹ ਹੋ, ਤੇ ਬਾਦਸ਼ਾਹ ਦੇ ਕੋਲੋਂ ਕਦੇ ਕੋਈ ਸਖਣਾ ਨਹੀਂ ਮੁੜਿਆ, ਖਾਸ ਕਰ ਉਦੋਂ ਜਦੋਂ ਬਾਦਸ਼ਾਹ ਧਰਮੀ ਹੋਵੇ, ਜਦੋਂ ਬਾਦਸ਼ਾਹ ਗਰੀਬ ਔਰ ਗੁਰਬਿਆਂ ਦੀ ਰਖਵਾਲੀ ਵਾਲਾ ਹੋਵੇ ਉਸ ਵਕਤ। ਤੇ ਧੰਨ ਗੁਰੂ ਸਾਹਿਬ ਜੀ ਤੇ ਹੈ ਹੀ ਦੀਨ ਦਿਆਲ ਪਾਤਸ਼ਾਹ ਜੀ, ਦੀਨਾਂ ਦੇ ਉੱਤੇ ਦਇਆ ਕਰਨ ਵਾਲੇ। ਜਿਸ ਵਕਤ ਉਹ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਤੋਂ ਬਚਨ ਆਖੇ ਤੇ ਬਚਨ ਆਖਦਿਆਂ ਹੋਇਆਂ ਸਾਹਿਬ ਜੀ ਦੇ ਬੋਲ ਸੁਣ ਉਸ ਲੋੜਵੰਦ ਦੇ ਹਿਰਦੇ ਨੂੰ ਇੱਕ ਬੜਾ ਵੱਡਾ ਧੀਰਜ ਮਿਲਿਆ। ਜੋ ਚਾਹੋ ਸੋ ਪਾਵੇ ਨਿਸੰਸੈ ਦਿਵਾਵੇ। ਔਰ ਸਤਿਗੁਰੂ ਜੀ ਕਹਿੰਦੇ ਵੀ ਜੋ ਤੁਹਾਨੂੰ ਚਾਹੀਦਾ ਹੈ ਉਹ ਆਪ ਜੀ ਦੱਸੋ, ਉਹੀ ਦਾਤ ਆਪ ਜੀ ਦੀ ਝੋਲੀ ਵਿੱਚ ਪਏਗੀ, ਉਹੀ ਦਾਤ ਆਪ ਜੀ ਨੂੰ ਮਿਲੇਗੀ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਉਹਨੇ ਆਪਣੀ ਸ਼ੁੱਧਾ ਵਾਸਤੇ ਅਰਜ਼ੋਈ ਕੀਤੀ ਵੀ ਮਾਲਕ ਜੀ ਉਹ ਪੇਟ ਕਰਕੇ ਭੁੱਖਾ ਹਾਂ, ਕਿਰਪਾ ਕਰੋ ਵੀ ਮੇਰਾ ਪੇਟ ਵੀ ਜਿਹੜਾ ਉਹ ਭਰ ਜਾਏ, ਆਪ ਦੀ ਰਹਿਮਤ ਕਰੋ ਤੇ ਮੈਂ ਆਪਣੇ ਪਰਿਵਾਰ ਦੀ ਜਿਹੜੀ ਲੋੜ ਹੈ ਉਸ ਲੋੜ ਨੂੰ ਵੀ ਪੂਰੀਆਂ ਕਰ ਸਕਾਂ। ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਆਪਣੇ ਕੋਲੋਂ ਰਹਿਮਤ ਵਰਤਾਉਂਦਿਆਂ ਹੋਇਆਂ ਉਹਦੀ ਲੋੜ ਨੂੰ ਪੂਰੀਆਂ ਕੀਤਾ। ਸਤਿਗੁਰੂ ਜੀ ਉਹਦੀ ਝੋਲੀ ਜਿਹੜੀ ਹੈ ਉਹਨੂੰ ਭਰ ਕੇ ਆਪਣੇ ਕੋਲੋਂ ਤੋਰਦੇ ਹਨ। ਗਇਓ ਡੂਮਤਾਈ ਅਸਰਫੀ ਸੁਪਾਈ। ਬੜਾ ਦੌੜਿਆ ਗਿਆ। ਇੱਥੇ ਕਵੀ ਜੀ ਨੇ ਜ਼ਿਕਰ ਕੀਤਾ ਵੀ ਉਹਦੀ ਝੋਲੀ ਵਿੱਚ ਗੁਰੂ ਸਾਹਿਬ ਜੀ ਨੇ ਇੱਕ ਅਸ਼ਰਫੀ, ਇੱਕ ਮੋਹਰ ਪਾਈ। ਉਹ ਦੌੜਿਆ ਗਿਆ ਆਪਣੇ ਨਗਰ ਵੱਲ ਨੂੰ, ਆਪਣੇ ਘਰ ਵੱਲ ਨੂੰ ਬੜੀ ਤੇਜ਼ੀ ਦੇ ਨਾਲ। ਉਹ ਖੁਸ਼ ਬਹੁਤ ਹੈ, ਜਿਹੜਾ ਭੁੱਖ ਨਾਲ ਵਿਲਕ ਰਿਹਾ, ਤੜਫ ਰਿਹਾ ਵੀ ਮੈਨੂੰ ਖਾਣ ਨੂੰ ਕੁਝ ਮਿਲ ਜੇ। ਉਹਦੇ ਹੱਥ ਵਿੱਚ ਇੱਕ ਸੋਨੇ ਦੀ ਮੋਹਰ ਦਾ ਲੱਗ ਜਾਣਾ, ਇੱਕ ਸੋਨੇ ਦੀ ਮੋਹਰ ਮਿਲ ਜਾਣੀ। ਮਨ ਨੂੰ ਉਹਦੇ ਤੇ ਬਹੁਤ ਵੱਡਾ ਖਜ਼ਾਨਾ ਮਿਲ ਗਿਆ ਵੀ ਹੁਣ ਮੈਂ ਆਪਣਾ ਵੀ ਪੇਟ ਭਰਾਂਗਾ, ਆਪਣੇ ਪਰਿਵਾਰ ਦਾ ਵੀ ਗੁਜ਼ਾਰਾ, ਆਪਣੇ ਪਰਿਵਾਰ ਦਾ ਵੀ ਪੇਟ ਭਰਾਂਗਾ। ਉਹਦੀਆਂ ਚਿੰਤਾਵਾਂ ਮਨ ਨੂੰ ਮੁੱਕ ਗਈਆਂ। ਉਹ ਬੜਾ ਖੁਸ਼ ਹੋ ਕੇ ਨਾ ਤੇ ਆਪਣੇ ਘਰ ਵੱਲ, ਆਪਣੇ ਨਗਰ ਵੱਲ ਨੂੰ ਦੌੜਿਆ ਜਾਂਦਾ। ਬਾਬੇ ਨਾਨਕ ਜੀ ਦਾ ਜਸ ਗਾਉਂਦਾ ਹੋਇਆ ਜਾ ਰਿਹਾ ਹੈ। ਲਈ ਸੁਖ ਪਾਇਓ ਨਿਜੰਗ ਗ੍ਰਾਮ ਆਇਓ। ਬੜਾ ਖੁਸ਼ ਹੈ, ਆਪਣੇ ਗ੍ਰਾਮ ਵਿੱਚ ਆ ਗਿਆ, ਨਗਰ ਵਿੱਚ ਆ ਗਿਆ ਔਰ ਨਗਰ ਵਿੱਚ ਆ ਕੇ ਖੁਸ਼ ਬਹੁਤ ਹੈ, ਪ੍ਰਸੰਨ ਬਹੁਤ ਹੈ। ਉਹਨੂੰ ਪ੍ਰਸੰਨ ਵੇਖ ਕੇ ਉਹਦੇ ਨਗਰ ਦੇ ਲੋਕਾਂ ਨੇ ਉਹਨੂੰ ਸਵਾਲ ਕਰ ਲਿਆ ਵੀ ਇਹ ਸਵੇਰੇ ਤੇ ਤੂੰ ਤੜਫਦਾ ਪਿਆ ਸੀ, ਵਿਲਕ ਰਿਹਾ ਸੀ, ਵੀ ਹੁਣ ਏਡੀ ਛੇਤੀ ਤੈਨੂੰ ਕੀ ਮਿਲ ਗਿਆ ਵੀ ਜਿਹੜਾ ਤੇਰੀ ਖੁਸ਼ੀ ਦਾ ਟਿਕਾਣਾ ਹੀ ਕੋਈ ਨਹੀਂ, ਵੀ ਅਸੀਂ ਕਿਹੜੀ ਦਾਤ ਮਿਲ ਵੀ ਪੇਟ ਕਰਕੇ ਤੂੰ ਸਵੇਰੇ ਭੁੱਖਾ ਤੜਫ ਰਿਹਾ, ਵਿਲਕ ਰਿਹਾ, ਲੋਕਾਂ ਦੇ ਅੱਗੇ ਹੱਥ ਪਿਆਟਦਾ ਸੀ, ਹੁਣ ਐਸੀ ਕਿਹੜੀ ਦਾਤ ਤੈਨੂੰ ਮਿਲ ਗਈ ਜਾਂ ਕਿਹੜੀ ਵਸਤੂ ਮਿਲੀ ਹੈ ਵੀ ਹੁਣ ਤੇਰੀ ਜਿਹੜੀ ਖੁਸ਼ੀ ਹੈ ਉਹਦਾ ਵੀ ਕੋਈ ਟਿਕਾਣਾ ਨਜ਼ਰ ਨਹੀਂ ਆ ਰਿਹਾ। ਸਭੇ ਕੋ ਸੁਨਾਇਓ ਇੱਕ ਸੰਤ ਆਇਓ। ਤੇ ਉਹਨਾਂ ਸਾਰਿਆਂ ਨੂੰ ਸੁਣਾ ਕੇ ਪਤਾ ਕੀ ਕਹਿੰਦਾ ਹੈ, ਸਾਰਿਆਂ ਨੂੰ ਸੁਣਾਉਂਦਾ ਹੋਇਆ ਆਖਦਾ ਖਿੰਨਾ ਵੀ ਆਪਣੇ ਨਗਰ ਦੇ ਬਾਹਰ ਨਾ ਇੱਕ ਸੰਤ ਰੂਪ ਬੈਠਾ ਹੈ। ਇੱਕ ਸੰਤ ਜੀ ਖੁਦ ਕਰਤਾਰ ਦਾ ਸਰੂਪ ਆਪਣੇ ਨਗਰ ਦੇ ਬਾਹਰ ਆ ਕੇ ਬੈਠੇ ਹਨ। ਜੋ ਚਾਹੇ ਸੋ ਦੇਈ ਉਦਾਰੰਗ ਵਡੇਈ। ਵੀ ਉਹਨਾਂ ਦੇ ਕੋਲ ਜਾ ਕੇ ਨਾ ਜੋ ਮੰਗੋ ਉਹੀ ਮਿਲ ਜਾਂਦਾ। ਉਹ ਬੜੇ ਉਦਾਰ ਚਿੱਤ ਨੇ, ਉਹਨਾਂ ਦੀ ਤੇ ਉਦਾਰਤਾ ਖੁੱਲ੍ਹ ਦਿਲੀ ਬੜੀ ਹੈ। ਜਿਹੜੀ ਵਸਤੂ ਵੀ ਮੰਗੋ, ਜਿਹੜੀ ਵੀ ਦਾਤ ਉਹਨਾਂ ਕੋਲੋਂ ਮੰਗੋ ਨਾ, ਉਹੀ ਦਾਤ ਉਹ ਝੋਲੀ ਦੇ ਵਿੱਚ ਪਾ ਦਿੰਦੇ ਹਨ। ਸੁਣਿਓ ਸਰੋਨ ਬੈਨ ਹੁਤੇ ਦੀ ਨ ਜੋਨ। ਹੁਣ ਉਹ ਨਗਰ ਦੇ ਵਿੱਚ ਹੋਰ ਲੋਕ ਜਿਹੜੇ ਲੋੜਵੰਦ ਸਨ, ਜਿਨ੍ਹਾਂ ਨੇ ਵੇਖਿਆ ਵੀ ਸਾਡੀਆਂ ਵੀ ਆਹ ਲੋੜਾਂ, ਉਹ ਵੀ ਦੌੜ ਪਏ। ਉਹਨੂੰ ਵੀ ਦੱਸ ਕਿੱਥੇ ਹੈ। ਉਹ ਕਹਿੰਦੇ ਨਗਰ ਦੇ ਬਾਹਰ ਚਲੇ ਜਾਓ, ਰੁੱਖ ਦੇ ਹੇਠਾਂ ਬੈਠੇ 3 ਜਣੇ ਨੇ। ਵੀ ਇੱਕ ਤੇ ਉਹਨਾਂ ਦੇ ਵਿੱਚ ਖੁਦ ਇਉਂ ਲੱਗਦਾ ਵੀ ਰੱਬ ਜੀ ਆਪ ਹੀ ਆਏ ਨੇ ਤੇ 2 ਉਹਨਾਂ ਦੇ ਨਾਲ ਸੇਵਕ ਨੇ ਉਹਨਾਂ ਦੇ। ਉਹ ਸਾਰੇ ਕੁਝ ਕਵੀ ਜੀ ਨੇ ਜ਼ਿਕਰ ਕੀਤਾ ਵੀ ਕੁਝ ਕੁ ਹੋਰ ਮਨੁੱਖ ਇਕੱਠੇ ਹੋ ਕੇ ਨਾ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕੋਲ ਉੱਥੇ ਪਹੁੰਚ ਜਾਂਦੇ ਨੇ ਜਿੱਥੇ ਆਪ ਧੰਨ ਗੁਰੂ ਨਾਨਕ ਸਾਹਿਬ ਸ਼ੋਭਾ ਪਾ ਰਹੇ ਹਨ। ਗਏ ਤਾਹੇ ਤਾਈ ਬਿਰਾਜੇ ਜੇ ਜਾਹੀ। ਦੌੜੇ ਹੋਏ ਜਾਂਦੇ, ਮਨਾਂ ਦੇ ਵਿੱਚ ਕਈ ਇੱਛਾਵਾਂ ਲੈ ਕੇ, ਮਨਾਂ ਵਿੱਚ ਕਈ ਵਲਵਲੇ ਲੈ ਕੇ ਵੀ ਅਸੀਂ ਵੀ ਜਾ ਕੇ ਕਿਤੇ ਝੂਠ ਤਾਂ ਨਹੀਂ ਬੋਲਦਾ, ਅਸੀਂ ਵੀ ਜਾ ਕੇ ਵੇਖੀਏ ਵੀ ਸੱਚਮੁੱਚ ਕੋਈ ਆਇਆ ਵੀ ਹੈ, ਸੱਚਮੁੱਚ ਕੋਈ ਐਸਾ ਜਿਹੜਾ ਸੰਤ ਰੂਪ ਦੀ ਗੱਲ ਕੇ ਆਈ ਵੀ ਜਿਹਦੇ ਕੋਲ ਜੋ ਮੰਗੋ ਮਿਲ ਜਾਂਦਾ। ਉਹ ਸਾਰੇ ਮਨੁੱਖ ਦੌੜੇ ਹੋਏ ਉੱਥੇ ਪਹੁੰਚਦੇ ਹਨ। ਜੋ ਜਾਚੇ ਆਏ ਨਰ ਸੋ ਦੇ ਬਤਾਏ। ਸਤਿਗੁਰੂ ਜੀ ਕੋਲ ਆ ਕੇ ਨਾ ਹਰ ਮਨੁੱਖ ਨੇ ਆਪਣੇ ਮਨ ਦੀ ਇੱਛਾ ਪ੍ਰਗਟ ਕੀਤੀ। ਹੁਣ ਗੁਰੂ ਨਾਨਕ ਜੀ ਦਾ ਘਰ ਐਸਾ ਹੈ ਵੀ ਇੱਥੇ ਜਦੋਂ ਅਸੀਂ ਸਰਬੱਤ ਦੇ ਭਲੇ ਵਾਸਤੇ ਕੁਝ ਵੀ ਮੰਗਦੇ ਹਾਂ ਤੇ ਇਦਾਂ ਕਦੇ ਵੀ ਨਹੀਂ ਹੋਇਆ ਵੀ ਇਸ ਦਰ ਤੋਂ ਸਾਡੀ ਉਹ ਇੱਛਾ ਪੂਰੀ ਨਾ ਹੋਵੇ। ਹਾਂ, ਜਿੱਥੇ ਸਾਡੀ ਭਾਵਨਾ ਗੁਰੂ ਦੀ ਮੱਤ ਤੋਂ ਵਿਰੁੱਧ ਚਲੀ ਜਾਂਦੀ ਹੈ, ਗੁਰਮਤਿ ਅਨੁਸਾਰੀ, ਗੁਰੂ ਦੀ ਮੱਤ ਅਨੁਸਾਰੀ ਜਦੋਂ ਮੰਗਾਂਗੇ
ਤੇ ਦਾਅਵੇ ਨਾਲ ਗੁਰੂ ਸਾਹਿਬ ਜੀ ਕੀ ਹਜ਼ੂਰੀ ਵਿੱਚ ਬੈਠਿਆਂ ਇਹ ਗੱਲ ਆਖ ਰਿਹਾ ਕਿ ਗੁਰੂ ਨਾਨਕ ਪਾਤਸ਼ਾਹ ਕਦੇ ਝੋਲੀ ਖਾਲੀ ਨਹੀਂ ਜਾਣ ਦਿੰਦੇ। ਜਦੋਂ ਸਾਡੀ ਮੰਗ ਗੁਰੂ ਦੀ ਮੱਤ ਤੋਂ ਵਿਰੁੱਧ ਹੋ ਜਾਂਦੀ ਹੈ, ਤੇ ਖਿਮਾ ਕਰਿਓ ਮੈਂ ਲਫ਼ਜ਼ ਵਰਤਿਆ, ਕਦੇ ਵੀ ਝੋਲੀ ਭਰੀ ਨਹੀਂ ਜਾਂਦੀ, ਝੋਲੀ ਹਮੇਸ਼ਾ ਸਖਣੀ ਰਹਿੰਦੀ ਹੈ। ਜਦੋਂ ਗੁਰੂ ਦੀ ਮੱਤ ਅਨੁਸਾਰੀ ਮੰਗਾਂਗੇ ਉਦੋਂ ਕਦੇ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਸਾਹਿਬ ਜੀ ਸਾਡੀ ਝੋਲੀ ਖਾਲੀ ਨਹੀਂ ਹੋਣ ਦਿੰਦੇ। ਪਰ ਜਦੋਂ ਅਸੀਂ ਗੁਰੂ ਦੀ ਮੱਤ ਛੱਡ ਕੇ ਗੁਰੂ ਜੀ ਦੀ ਮੱਤ ਦੇ ਖਿਲਾਫ ਚੱਲ ਪੈਂਦੇ ਆ, ਉਦੋਂ ਸਾਡੀਆਂ ਭਰੀਆਂ ਹੋਈਆਂ ਝੋਲੀਆਂ ਵੀ ਖਾਲੀ ਹੋ ਜਾਂਦੀਆਂ ਨੇ। ਸਾਹਿਬ ਜੀ ਦੇ ਕੋਲ ਉੱਥੇ ਆ ਕੇ ਮੰਗਣ ਵਾਲਿਆਂ ਆਪਣੀਆਂ ਭਾਵਨਾਵਾਂ ਰੱਖੀਆਂ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਭਨਾਂ ਦੀ ਇੱਛਾਵਾਂ ਨੂੰ ਫੜ ਲਾਇਆ ਔਰ ਸਭਨਾਂ ਦੀਆਂ ਝੋਲੀਆਂ ਭਰ ਕੇ ਗੁਰੂ ਨਾਨਕ ਸਾਹਿਬ ਉਥੋਂ ਤੋਰਦੇ ਹਨ। ਕਹਿ ਸਥਾਨ ਕੇ ਤਰ ਤਰੇ ਜਾਏ ਤਹਾਂ ਤੇ ਪਾਏ। ਸਾਰਿਆਂ ਨੇ ਜਿਨ੍ਹਾਂ ਨੇ ਵੀ ਮੰਗਿਆ ਉੱਥੇ ਜਾ ਕੇ ਉਸ ਅਸਥਾਨ ਤੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ ਸਭਨਾਂ ਦੀਆਂ ਝੋਲੀਆਂ ਵਿੱਚ ਦਾਤਾਂ ਸਾਹਿਬ ਪਾਉਂਦੇ ਹਨ। ਜਸੰਗ ਦੇਸ ਫੈਲਾ ਮਕੰਗ ਕਟੇਲਾ। ਔਰ ਸਾਰੇ ਪਾਸੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਸ ਫੈਲ ਗਿਆ। ਉਹ ਗੁਰੂ ਨਾਨਕ ਪਾਤਸ਼ਾਹ ਜਿਹੜੇ ਕੇਵਲ ਸੰਸਾਰਿਕ ਵਸਤੂਆਂ ਨਹੀਂ ਝੋਲੀ ਵਿੱਚ ਪਾਉਂਦੇ, ਸੰਸਾਰਿਕ ਵਸਤੂਆਂ ਪਦਾਰਥਾਂ ਦੇ ਨਾਲ ਨਾਲ ਧੰਨ ਗੁਰੂ ਨਾਨਕ ਸਾਹਿਬ ਪਾਪਾਂ ਦੀ ਮੈਲ ਵੀ ਕੱਟ ਦਿੰਦੇ ਨੇ। ਮਤਲਬ ਬਾਬੇ ਨਾਨਕ ਜੀ ਕੋਲ ਆ ਕੇ ਲੋੜਵੰਦਾਂ ਨੇ ਜਿੱਥੇ ਆਪਣੀਆਂ ਲੋੜਾਂ ਪੂਰੀਆਂ ਕੀਤੀਆਂ, ਉੱਥੇ ਕੁਝ ਜੀਵ ਐਸੇ ਵੀ ਨੇ ਜਿਹੜੇ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ ਸੰਸਾਰਿਕ ਵਸਤੂਆਂ ਪਦਾਰਥ ਨਹੀਂ, ਜਿਹੜੇ ਆ ਕੇ ਇਹੋ ਕਹਿੰਦੇ ਵੀ ਮਾਲਕ ਜੀ ਉਹ ਰਹਿਮਤ ਕਰੋ, ਸ਼ੁਭ ਗੁਣਾਂ ਦੀ ਦਾਤ ਸਾਡੀ ਝੋਲੀ ਵਿੱਚ ਪਾਵੋ, ਅਸੀਂ ਸ਼ੁਭ ਗੁਣਾਂ ਦੇ ਧਾਰਨੀ ਬਣ ਜਾਈਏ, ਜੀਵਨ ਵਿੱਚ ਕੀਤੇ ਹੋਏ ਸਾਰੇ ਕਰਮਾਂ ਤੋਂ ਛੁਟਕਾਰਾ ਹੋ ਜਾਏ, ਆਪ ਦੀ ਰਹਿਮਤ ਕਰਕੇ ਆਪਣਾ ਉਪਦੇਸ਼ ਸਾਡੀ ਝੋਲੀ ਵਿੱਚ ਪਾਓ। ਐਸੇ ਵੀ ਮਨੁੱਖ ਚੱਲ ਕੇ ਗਏ, ਜਿਸ ਕਰਕੇ ਕਵੀ ਜੀ ਜ਼ਿਕਰ ਕਰਦੇ ਆ, ਆਖਦੇ ਵੀ ਉਹ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਮੰਗਣ ਵਾਲਿਆਂ ਹਰ ਇੱਛਾ ਪੂਰੀ ਕੀਤੀ। ਉਹ ਧੰਨ ਗੁਰੂ ਨਾਨਕ ਸਾਹਿਬ ਜੀ ਜਿਹੜੇ ਪਾਪਾਂ ਨੂੰ ਵੀ ਕੱਟਦੇ ਹਨ, ਉਹਨਾਂ ਦਾ ਜਸ ਸਾਰੇ ਪਾਸੇ ਪਸਰ ਗਿਆ। ਮਹਾ ਸੰਤ ਰੂਰਾ ਹੁਵੇ ਬੈਨ ਪੂਰਾ। ਤੇ ਸ਼ੋਰ ਕੀ ਮਚਿਆ ਵੀ ਉਹ ਤੇ ਸੰਤ ਜੀ ਪੂਰੇ ਨੇ, ਉਹ ਤੇ ਖੁਦ ਰੱਬ ਜੀ ਦਾ ਰੂਪ ਨੇ। ਉਹ ਤੇ ਆਪਣੀ ਰਸਨਾ ਤੋਂ ਜਿਹੜਾ ਬਚਨ ਕਰ ਦਿੰਦੇ ਨੇ, ਜਿਹੜਾ ਬੋਲ ਉਹਨਾਂ ਨੇ ਆਪਣੀ ਰਸਨਾ ਤੋਂ ਆਪਣੇ ਪਾਵਨ ਮੁਖ ਤੋਂ ਆਖ ਦਿੱਤਾ ਨਾ, ਉਸ ਬੋਲ ਨੂੰ ਕੋਈ ਮੋੜ ਨਹੀਂ ਸਕਦਾ। ਉਹ ਬੋਲ ਪੂਰਾ ਹੁੰਦਾ ਹੀ ਹੁੰਦਾ ਹੈ ਜਿਹੜਾ ਬੋਲ ਉਹ ਆਪਣੀ ਰਸਨਾ ਤੋਂ ਆਖ ਦਿੰਦੇ ਹਨ। ਬਟੋ ਦੀਨ ਦਾਨੀ ਨਾ ਕੁਸਮਾਨੀ। ਉਹ ਤੇ ਬਹੁਤ ਵੱਡੇ ਦਾਨੀ ਨੇ, ਉਹ ਤੇ ਬਹੁਤ ਵੱਡੇ ਗਰੀਬਾਂ ਦੇ ਉੱਤੇ ਦਇਆ ਕਰਨ ਵਾਲੇ ਨੇ। ਇਤਨੇ ਵੱਡੇ ਨੇ ਕਿ ਦੁਨੀਆ ਦੇ ਵਿੱਚ ਕੋਈ ਵੀ ਉਹਨਾਂ ਦੇ ਸਮਾਨ ਨਹੀਂ ਹੈ, ਉਹਨਾਂ ਦੇ ਬਰਾਬਰ ਨਹੀਂ ਹੈ। ਕਿਉਂਕਿ ਦੁਨੀਆ ਵਿੱਚ ਦਾਨ ਦੇਣ ਵਾਲੇ ਬਹੁਤ ਨੇ, ਇਹ ਨਹੀਂ ਵੀ ਦਾਨ ਦੇਣ ਵਾਲੇ ਨਹੀਂ, ਪਰ ਉਹਨਾਂ ਦਾ ਦਿੱਤਾ ਹੋਇਆ ਦਾਨ ਕਿਸੇ ਗਿਣਤੀ ਤੱਕ ਹੈ, ਔਰ ਉਹਨਾਂ ਦਾ ਕੀਤਾ ਹੋਇਆ ਦਾਨ ਜਾਂ ਕਰਨ ਵਾਲਾ ਦਾਨ ਵੀ ਕਿਸੇ ਸੀਮਾ ਤੱਕ ਹੈ, ਕਿਸੇ ਲਿਮਟ ਤੱਕ ਹੈ। ਪਰ ਗੁਰੂ ਨਾਨਕ ਪਾਤਸ਼ਾਹ ਜੀ ਸਭਨਾਂ ਦੀਆਂ ਝੋਲੀਆਂ ਭਰ ਰਹੇ, ਅਸੀਮ, ਕੋਈ ਸੀਮਾ ਨਹੀਂ, ਕੋਈ ਲਿਮਟ ਨਹੀਂ। ਜਿਹੜਾ ਵੀ ਆ ਕੇ ਮੰਗਦਾ ਬਾਬਾ ਨਾਨਕ ਜੀ ਝੋਲੀਆਂ ਭਰ ਕੇ ਤੋਰਦੇ ਨੇ। ਔਰ ਕਵੀ ਜੀ ਆਖਦੇ ਵੀ ਉੱਥੋਂ ਦੇ ਮਨੁੱਖ ਸਾਰੇ ਇਹ ਕਹਿਣ ਲੱਗੇ ਵੀ ਜਿਹੜਾ ਵੀ ਮੰਗਦਾ ਹੈ ਉਸੇ ਦੀ ਝੋਲੀ ਭਰਦੇ। ਦੁਨੀਆ ਵਿੱਚ ਅੱਜ ਤੱਕ ਅਸੀਂ ਉਹਨਾਂ ਦੇ ਸਮਾਨ ਕੋਈ ਦਾਨੀ ਵੇਖਿਆ ਨਹੀਂ ਹੈ। ਸੁਣੈ ਲੋਕ ਜੋ ਪਿਖੈ ਤਾਇ ਸੋ। ਜਿੱਥੇ ਜਿੱਥੇ ਤੱਕ ਗੁਰੂ ਨਾਨਕ ਸਾਹਿਬ ਜੀ ਦਾ ਜਸ ਜਾ ਰਿਹਾ, ਫੈਲ ਰਿਹਾ, ਉੱਥੋਂ ਹੀ ਮਨੁੱਖ ਦੌੜੇ ਆਉਂਦੇ ਨੇ ਵੀ ਅਸੀਂ ਵੀ ਜਾ ਕੇ ਐਸੇ ਭਲੇ ਪੁਰਸ਼ ਦੇ ਦਰਸ਼ਨ ਕਰੀਏ। ਜਬੇ ਜਾਏ ਹੀਰੇ ਕਰੈ ਚਿਤ ਚੇਰੇ। ਜਿਹੜਾ ਵੀ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਦਾ ਹੈ, ਮਾਨੋ ਉਹ ਮਾਲਕ ਜੀ ਦੇ ਦਰਸ਼ਨ ਕਰਕੇ ਹਰ ਸੁੱਖ ਹਾਸਲ ਕਰ ਲੈਂਦਾ ਤੇ ਆਪਣੇ ਚਿੱਤ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਸੇਵਕ ਬਣਾ ਦਿੰਦਾ ਹੈ। ਚਿੱਤ ਚਿਹਰੇ ਤੋਂ ਭਾਵ ਚਿੱਤ ਨੂੰ ਚਿਹਰੇ ਕਰ ਦੇਣਾ, ਸੇਵਕ ਕਰ ਦੇਣਾ। ਜਿਹੜਾ ਵੀ ਗੁਰੂ ਨਾਨਕ ਸਾਹਿਬ ਕੋਲ ਜਾਂਦਾ ਹੈ, ਦੁਨੀਆ ਦਾ ਹਰ ਸੁੱਖ ਹਰ ਖੁਸ਼ੀ ਮਿਲ ਜਾਂਦੀ ਹੈ ਔਰ ਆਪਣੇ ਚਿੱਤ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਸੇਵਕ ਕਰ ਦਿੰਦਾ ਹੈ। ਭਈ ਪੀਰ ਭਾਰੀ ਨਮੋ ਕੈ ਨਿਹਾਰੀ। ਔਰ ਬਹੁਤ ਸਾਰੀ ਉੱਥੇ ਲੋਕ ਇਕੱਠੇ ਹੋ ਗਏ, ਬਹੁਤ ਇਕੱਠ ਬਣ ਗਿਆ, ਸੰਗਤ ਦੀ ਭੀੜ ਬਹੁਤ ਲੱਗ ਗਈ ਔਰ ਸਾਰੇ ਆਪਣੇ ਹਿਰਦਿਆਂ ਵਿੱਚ ਪ੍ਰੇਮ ਲੈ ਕੇ, ਸ਼ਰਧਾ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕਰਨ ਆਉਂਦੇ ਹਨ। ਕਰਮ ਜੋਰ ਦੋ ਪਨੈ ਬੈਨ ਸੋ। ਸਾਹਿਬ ਕੋਲ ਜਿਹੜੇ ਆਉਂਦੇ ਨੇ ਆਪਣੇ ਦੋਵੇਂ ਹੱਥ ਜੋੜਦੇ, ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਅੱਗੇ ਤੇ ਆਪਣੇ ਮੁਖ ਤੋਂ ਆਪਣੀ ਰਸਨਾ ਤੋਂ ਇਸ ਤਰ੍ਹਾਂ ਬਚਨ ਆਖਦੇ ਹਨ। ਨਿਜੰਗ ਜੋ ਪਦੇਸਾ ਕਰੋ ਸੰਤ ਬੇਸਾ। ਤੇ ਕੀ ਆਖਦੇ, ਹੇ ਸੰਤ ਰੂਪ ਜੀ ਕਿਰਪਾ ਕਰੋ। ਆਪ ਜੀ ਨੇ ਜਿੱਥੇ ਟੁੱਟ ਕੇ ਸਾਨੂੰ ਆਪਣੇ ਦਰਸ਼ਨ ਤੇ ਦੀਦਾਰ ਬਖਸ਼ਿਸ਼ ਕੀਤੇ ਨੇ, ਉੱਥੇ ਆਪ ਜੀ ਰਹਿਮਤ ਕਰਕੇ ਸਾਨੂੰ ਆਪਣਾ ਉਪਦੇਸ਼ ਵੀ ਬਖਸ਼ਿਸ਼ ਕਰੋ। ਹੇਰਤ ਹੀ ਉਰ ਬਿਮਲ ਹੋਏ ਗੁਰ ਦਰਸ਼ਨ ਪ੍ਰਤਾਪ। ਸਾਹਿਬ ਜੀ ਦੇ ਦਰਸ਼ਨਾਂ ਦਾ ਇਤਨਾ ਪ੍ਰਤਾਪ, ਇਤਨੀ ਵਡਿਆਈ ਕਿ ਜਿਹੜਾ ਵੀ ਸਾਹਿਬ ਜੀ ਕੇ ਦਰਸ਼ਨ ਕਰਦਾ ਹੈ, ਮਾਲਕ ਜੀ ਦੇ ਦੀਦਾਰ ਕਰਦਿਆਂ ਹੀ, ਦਰਸ਼ਨ ਕਰਦਿਆਂ ਹਿਰਦੇ ਟਿਕ ਜਾਂਦੇ, ਹਿਰਦਿਆਂ ਨੂੰ ਸਥਿਰਤਾ ਮਿਲ ਜਾਂਦੀ ਤੇ ਮੈਲ ਤੋਂ ਰਹਿਤ ਹਿਰਦੇ ਹੋ ਜਾਂਦੇ ਹਨ। ਨਿਮਰ ਪਏ ਉਪਦੇਸ਼ ਲੈ ਚਹਿਤ ਨਿਕੰਦਨ ਪਾਪ। ਔਰ ਸਾਰੇ ਸਾਹਿਬ ਜੀ ਕੋਲੋਂ ਉਪਦੇਸ਼ ਲੈ ਕੇ ਨਿਮਨ ਹੋ ਜਾਂਦੇ, ਬੜੀ ਨਿਮਰਤਾ ਭਾਵ ਨਾਲ ਭਰ ਜਾਂਦੇ ਨੇ, ਨੀਵੇਂ ਹੋ ਜਾਂਦੇ ਨੇ। ਔਰ ਸਾਰੇ ਨਿਕੰਦਨ ਪਾਤਸ਼ਾਹ ਜੀ ਕੋਲੋਂ, ਮੁਕਤੀ ਦੇ ਦਾਤਾ ਜੀ ਕੋਲੋਂ, ਸਤਿਗੁਰੂ ਜੀ ਦਾ ਉਪਦੇਸ਼ ਮੰਗਦੇ, ਹੋਰ ਮਾਲਕ ਜੀ ਕੋਲੋਂ ਗਿਆਨ ਲੈਂਦੇ ਵੀ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ੋ, ਗਿਆਨ ਦਿਓ ਕਿ ਅਸੀਂ ਆਪਣਾ ਜੀਵਨ ਜਿਹੜਾ ਇਹਨੂੰ ਸਫਲ ਕਰ ਸਕੀਏ। ਸੁਣੀ ਦੀਨਤਾਈ ਦਇਆ ਹਿਰਵਾਈ। ਸਤਿਗੁਰੂ ਜੀ ਜਦੋਂ ਦੀਨਤਾਈ ਸੁਣਦੇ ਨੇ, ਐਸੀ ਗਰੀਬੀ ਭਰੇ ਬਚਨ ਸੁਣਦੇ ਤੇ ਮਾਲਕ ਪਾਤਸ਼ਾਹ ਜੀ ਫਿਰ ਦਇਆ ਦੇ ਘਰ ਵਿੱਚ ਆ ਜਾਂਦੇ ਤੇ ਦਇਆ ਦੇ ਘਰ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਫਿਰ ਰਹਿਮਤ ਵਰਤਾਉਂਦੇ। ਇੱਕ ਖਿਆਲ ਰੱਖੀਏ, ਇਹ ਦਰ ਐਸਾ ਹੈ ਵੀ ਇੱਥੋਂ ਨਾ ਸਖਣਾ ਕੋਈ ਨਹੀਂ ਜਾਂਦਾ, ਕੋਈ ਵੀ। ਬਸ ਮੰਗਣ ਵਾਲਾ ਨੀਵਾਂ ਹੋ ਕੇ ਮੰਗਣ ਆਇਆ ਹੋਵੇ। ਜਦੋਂ ਅਸੀਂ ਨੀਵੇਂ ਹੋ ਕੇ ਮੰਗਣ ਆ ਜਾਂਦੇ ਹਾਂ ਜਾਂ ਬੜੇ ਦੀਨ ਹੋ ਕੇ ਆ ਕੇ ਮੰਗਦੇ ਹਾਂ ਤੇ ਇੰਨਾ ਕੁ ਭਰੋਸਾ ਰੱਖ ਕੇ ਮੰਗੀਏ ਵੀ ਮਾਲਕ ਜੀਓ ਤੇਰੇ ਦਰ ਤੋਂ ਅਸੀਂ ਭਰੋਸਾਏ ਜ਼ਰੂਰ ਜਾਵਾਂਗੇ, ਅੱਜ ਨਹੀਂ ਤੇ ਕੱਲ ਜ਼ਰੂਰ ਭਰੋਸਾਏ ਜਾਵਾਂਗੇ। ਬਸ ਇਹ ਹੈ, ਜੇ ਅੱਜ ਅਸੀਂ ਮੰਗੇ ਆ ਨਾ ਤੇ ਬਾਪੂ ਉਸੇ ਵਕਤ ਸਾਡੀ ਝੋਲੀ ਵਿੱਚ ਪਾ ਦੇਣਗੇ। ਜੇ ਨਹੀਂ ਪਾਇਆ ਜਾਂ ਨਹੀਂ ਪਿਆ ਤੇ ਇਹ ਨਹੀਂ ਵੀ ਉਹਨਾਂ ਨੇ ਦਾਤ ਸਾਨੂੰ ਦੇਣੀ ਨਹੀਂ ਹੈ, ਬਖਸ਼ਿਸ਼ ਸਾਨੂੰ ਦੇਣੀ ਨਹੀਂ, ਬਸ ਇਹ ਹੈ ਵੀ ਅਜੇ ਤੱਕ ਸਾਨੂੰ ਅਰਜ਼ੋਈ ਕਰਨੀ ਨਹੀਂ ਆਈ। ਉਹ ਦੇਣ ਲੱਗਿਆਂ ਦੇਰ ਨਹੀਂ ਕਰਦਾ, ਉਹ ਬਖਸ਼ਿਸ਼ ਵਰਤਾਉਣ ਲੱਗਿਆਂ ਦੇਰੀ ਨਹੀਂ ਕਰਦਾ। ਆ ਸਾਡੀ ਅਰਜ਼ੋਈ ਵਿੱਚ ਦੇਰੀ ਹੈ, ਸਾਡੀ ਅਰਦਾਸ ਵਿੱਚ ਦੇਰੀ ਹੈ, ਆ ਸਾਡੇ ਮੰਗਣ ਵਿੱਚ ਦੇਰੀ ਹੈ, ਉਹ ਦੇਣ ਲੱਗਿਆਂ ਤੇ ਪਲ ਵਿੱਚ ਦਿੰਦਾ। ਖਿਆਲ ਰੱਖਿਓ, ਬਜ਼ੁਰਗ ਇੱਕ ਅਖਾਣ ਵਰਤਦੇ ਨੇ, ਗੁਰਬਾਣੀ ਵਿੱਚ ਮਾਲਕ ਪਾਤਸ਼ਾਹ ਦੀ ਪਾਵਨ ਬਚਨ ਕਰਦੇ, ਦੇਵਣ ਵਾਲਾ ਸਭ ਵਿਦ ਜਾਣੇ। ਉਹ ਹਰ ਤਰੀਕਾ ਜਾਣਦਾ। ਦੇਣ ਵਾਲੇ ਨੇ ਕਿਸੇ ਨਾ ਕਿਸੇ ਢੰਗ ਦੇ ਨਾਲ ਝੋਲੀ ਭਾਰੀ ਦੇਣੀ ਹੈ, ਪਰ ਸਾਨੂੰ ਝੋਲੀ ਫੈਲਾਉਣੀ ਨਹੀਂ ਆਉਂਦੀ। ਜਿਸ ਦਿਨ ਝੋਲੀ ਫੈਲਾ ਕੇ ਅਸੀਂ ਮੰਗਾਂਗੇ, ਉਦੋਂ ਉਹ ਸਾਡੀ ਝੋਲੀ ਵਿੱਚ ਬਖਸ਼ਿਸ਼ ਵੀ ਜ਼ਰੂਰ ਪਾਏਗਾ। ਹਾਂ, ਜਿੰਨਾ ਚਿਰ ਸਾਨੂੰ ਝੋਲੀ ਫੈਲਾਉਣੀ ਨਾ ਆਈ ਜਾਂ ਅਸੀਂ ਆਪਣੀ ਝੋਲੀ ਫੈਲਾ ਨਾ ਸਕੇ, ਉਹਨਾਂ ਚਿਰ ਅਸੀਂ ਸਕਣੇ ਵੀ ਹਾਂ। ਬਸ ਇਹ ਹੈ, ਸਾਡੇ ਮੰਗਣ ਵਿੱਚ ਦੇਰੀ ਹੈ,
ਮੰਗਣ ਦਾ ਤਰੀਕਾ ਸਾਡਾ ਉਹਦੇ ਵਿੱਚ ਦੇਰੀ ਹੈ, ਉਹ ਦੇਣ ਲੱਗਿਆਂ ਕਦੇ ਵੀ ਦੇਰੀ ਨਹੀਂ ਲਾਉਂਦਾ। ਉਹ ਤੇ ਬਖਸ਼ਿਸ਼ ਦਾ ਖਜ਼ਾਨਾ ਹੈ, ਉਹ ਤੇ ਦਾਤਾਂ ਦਾ ਖਜ਼ਾਨਾ ਹੈ। ਉਹਨੇ ਕਿਸੇ ਕੋਲੋਂ ਲੈਣ ਨਹੀਂ ਜਾਣਾ, ਉਹਨੇ ਕਿਸੇ ਕੋਲੋਂ ਮੰਗ ਕੇ ਨਹੀਂ ਸਾਨੂੰ ਦੇਣਾ, ਅਸੀਂ ਸਿਰਫ ਉਹਦੇ ਕੋਲੋਂ ਮੰਗਣਾ ਤੇ ਉਹਨੇ ਉਸੇ ਵਕਤ ਸਾਡੀ ਝੋਲੀ ਵਿੱਚ ਪਾ ਦੇਣਾ। ਔਰ ਸਤਿਗੁਰੂ ਜੀ ਦੇ ਪਾਵਨ ਜੀਵਨ ਨੂੰ ਕਵੀ ਜੀ ਨੇ ਜ਼ਿਕਰ ਕਰਦਿਆਂ ਆਖਿਆ ਵੀ ਮਾਲਕ ਪਾਤਸ਼ਾਹ ਜੀ ਜਦੋਂ ਉਹਨਾਂ ਸਭਨਾਂ ਦੀ ਦੀਨਤਾਈ ਵੇਖਦੇ ਨੇ, ਉਹਨਾਂ ਦੀ ਗਰੀਬੀ, ਬੜੀ ਨਿਮਰਤਾ ਭਾਵ ਵਿੱਚ ਜਦੋਂ ਮਾਲਕ ਵੇਖਦੇ ਨੇ ਤੇ ਸਤਿਗੁਰੂ ਜੀ ਫਿਰ ਆਪਣੀ ਦਇਆ, ਆਪਣੀ ਰਹਿਮਤ ਉਹਨਾਂ ਉੱਪਰ ਕਰਦੇ ਹਨ। ਡਲੰ ਕੰਜ ਨੈਣਾ ਪਨੀ ਸਰ ਬਹਿਨਾ। ਸਤਿਗੁਰੂ ਜੀ ਦੇ ਜਿਹੜੇ ਦ੍ਰਿਸ਼ਟੀ, ਕਿਰਪਾ ਦ੍ਰਿਸ਼ਟੀ ਹੈ, ਉਹ ਕੀ ਹੈ ਵੀ ਇੰਨੀ ਕੁ ਰਹਿਮਤ ਭਰੀ ਦ੍ਰਿਸ਼ਟੀ ਹੈ ਸਤਿਗੁਰੂ ਜੀ ਦੀ, ਜਦੋਂ ਵੀ ਕਿਰਪਾ ਦ੍ਰਿਸ਼ਟੀ ਨਾਲ ਵੇਖਦੇ ਨੇ ਮਾਲਕ ਪਾਤਸ਼ਾਹ ਦੀ ਪਾਪਾਂ ਦਾ ਦਲ ਖਤਮ ਕਰ ਦਿੰਦੇ। ਔਰ ਉਹ ਗੁਰੂ ਨਾਨਕ ਸਾਹਿਬ ਜੀ ਜਿਹੜੇ ਦਇਆ ਦ੍ਰਿਸ਼ਟੀ ਵਾਲੇ ਨੇ, ਕਿਰਪਾ ਦ੍ਰਿਸ਼ਟੀ ਵਾਲੇ ਨੇ, ਉਹਨਾਂ ਦੀ ਦੀਨਤਾਈ ਵੇਖ ਫਿਰ ਆਪਣੀ ਰਸਨਾ ਤੋਂ ਬੈਨ ਆਖਦੇ ਹਨ। ਕਰੋ ਸੰਤ ਸੇਵਾ ਜਪੋ ਨਾਮ ਦੇਵਾ। ਉਪਦੇਸ਼ ਦਿੰਦੇ ਆਖਦੇ ਕਹਿੰਦੇ ਰੱਬ ਦੇ ਪਿਆਰਿਆਂ ਦੀ ਸੇਵਾ ਕਰੋ ਔਰ ਰੱਬ ਜੀ ਕੀ ਆਰਾਧਨਾ ਕਰੋ। ਆਹੀ ਇੱਕ ਤਰੀਕਾ ਹੈ ਆਪਣੇ ਜੀਵਨ ਦੇ ਅੰਦਰ ਉਪਦੇਸ਼ ਨੂੰ ਕਮਾਉਣ ਦਾ, ਆਪਣੇ ਜੀਵਨ ਦੇ ਅੰਦਰ ਖੁਸ਼ੀ ਤੇ ਪ੍ਰਸੰਨਤਾ ਨੂੰ ਹੰਡਾਉਣ ਦਾ। ਰੱਬ ਜੀ ਦੇ ਪਿਆਰਿਆਂ ਦੀ ਸੇਵਾ ਤੇ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਚਿੰਤਨ ਕਰੋ। ਹਿਰਦੇ ਭਾਵ ਤਾਰੋ ਵਿਕਾਰਿੰਗ ਨਿਵਾਰੋ। ਰੱਬ ਜੀ ਦੇ ਪ੍ਰਤੀ ਹਿਰਦਿਆਂ ਵਿੱਚ ਭਾਵ ਜਿਹੜਾ ਭਾਵ ਮਤਲਬ ਪਿਆਰ, ਪਿਆਰ ਧਾਰਨ ਕਰੋ, ਰੱਬ ਜੀ ਪ੍ਰਤੀ ਪ੍ਰੇਮ ਧਾਰਨ ਕਰੋ ਔਰ ਵਿਕਾਰ ਜਿਹੜੇ ਨੇ ਉਹਨਾਂ ਨੂੰ ਦੂਰ ਕਰੋ। ਚਿਤੰ ਕਾਲ ਕੀ ਜੈ ਦਿਨ ਦੇਹ ਸੀ ਜੈ। ਅਕਾਲ ਨੂੰ ਚੇਤੇ ਕਰੋ, ਰੱਬ ਨੂੰ ਚੇਤੇ ਕਰੋ, ਕਿਉਂਕਿ ਦੇਹ ਜਿਹੜੀ ਹੈ ਇਹ ਦਿਨ ਬਾ ਦਿਨ ਛਿਜਦੀ ਜਾ ਰਹੀ ਹੈ। ਜਿਹਨੂੰ ਸਤਿਗੁਰੂ ਜੀ ਬਾਣੀ ਵਿੱਚ ਆਖਦੇ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਨੀ। ਜਾਂ ਬਾਬਾ ਕਬੀਰ ਸਾਹਿਬ ਜੀ ਨੇ ਜਦੋਂ ਜ਼ਿਕਰ ਕੀਤਾ ਤੇ ਉਹ ਆਖਦੇ ਕਹਿੰਦੇ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪਾਕੇ ਭੋਹੀਂ ਗ੍ਰਹਿ ਬਾਹਰ ਨਾ ਲਾਗੇ ਡਾਰ। ਸਾਹਿਬ ਜੀ ਦੇ ਇਹ ਦੇਹ ਦਿਨ ਬਾ ਦਿਨ ਛਿਜਦੀ ਜਾ ਰਹੀ ਹੈ। ਛਿਜਣ ਤੋਂ ਭਾਵ ਦਿਨ ਬਾ ਦਿਨ ਕਮਜ਼ੋਰ ਹੁੰਦੇ ਜਾਣਾ, ਦਿਨ ਬਾ ਦਿਨ ਘਸਦੇ ਜਾਣਾ, ਮੁੱਕਣ ਦੀ ਤਾਦਾਦ ਤੱਕ ਪਹੁੰਚਣਾ। ਇਹ ਦਿਨ ਬਾ ਦਿਨ ਮੁੱਕਣ ਦੀ ਤਾਦਾਦ ਤੱਕ ਪਹੁੰਚ ਰਹੀ ਹੈ। ਇਹਦੇ ਮੁੱਕਣ ਤੋਂ ਪਹਿਲਾਂ ਪਹਿਲਾਂ ਕਿਤੇ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਚਿੰਤਨ ਹਿਰਦੇ ਵਿੱਚ ਵਸ ਜਾਵੇ। ਪਦੰਗ ਕਪਖਾਰੇ ਸੁਖੰ ਦੇਨ ਵਾਰੇ। ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਉੱਥੇ ਸਭਨਾਂ ਦੇ ਉੱਤੇ ਰਹਿਮਤ ਵਰਤਾਉਂਦਿਆਂ ਹੋਇਆਂ ਸੁੱਖਾਂ ਦੇ ਦਾਤੇ ਨੇ ਸਭਨਾਂ ਦੀ ਝੋਲੀ ਵਿੱਚ ਸੁੱਖ ਪਾਏ। ਲਏ ਹੱਥ ਬਾਲਾ ਦਈ ਕੈ ਨਿਹਾਲਾ। ਸਤਿਗੁਰੂ ਜੀ ਨੇ ਫਿਰ ਸਭਨਾਂ ਨੂੰ ਆਪਣਾ ਪਾਵਨ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ, ਸਿੱਖਿਆ ਦਿੰਦਿਆਂ ਹੋਇਆਂ ਸਭਨਾਂ ਨੂੰ ਆਪਣੇ ਪਾਵਨ ਚਰਨਾਂ ਕਮਲਾਂ ਦੀ ਪ੍ਰੀਤ ਪਿਆਰ ਜਿਹੜੀ ਉਹ ਬਖਸ਼ਿਸ਼ ਕੀਤੀ। ਕਿਉਂਕਿ ਸਾਰੇ ਜਿੰਨੇ ਉੱਥੇ ਬੈਠੇ ਉਹ ਸਾਰੇ ਕਹਿੰਦੇ ਵੀ ਸਾਨੂੰ ਆਪਣੀ ਚਰਨਾਂ ਦੇ ਸੇਵਕ ਕਰ ਲਓ ਤੇ ਧੰਨ ਗੁਰੂ ਨਾਨਕ ਸਾਹਿਬ ਸਭਨਾਂ ਨੂੰ ਆਪਣੀ ਬਖਸ਼ਿਸ਼ ਉਪਦੇਸ਼ ਦੇ ਕਰਕੇ ਆਪਣੀ ਸੇਵਕ, ਆਪਣੀ ਸਿੱਖੀ ਜਿਹੜੀ ਉਹ ਬਖਸ਼ਦੇ ਹਨ। ਭਏ ਸਿੱਖ ਸੋ ਵੱਡੇ ਪਗ ਜੋ। ਸਾਰੇ ਬੜੇ ਵੱਡਿਆਂ ਭਾਗਾਂ ਵਾਲੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਕੀ ਸਿੱਖੀ ਉਪਦੇਸ਼ ਨੂੰ, ਸਿੱਖਿਆ ਨੂੰ ਸੁਣਦਿਆਂ ਹੋਇਆਂ ਆਪਣੇ ਜੀਵਨ ਅੰਦਰ ਉਸ ਉਪਦੇਸ਼ ਨੂੰ ਧਾਰਨ ਕੀਤਾ ਤੇ ਗੁਰੂ ਨਾਨਕ ਜੀ ਕੇ ਦਰਸਾਏ ਮਾਰਗ ਉੱਤੇ ਚੱਲ ਪਏ। ਇਸ ਦੇਸ਼ ਨਰੇਸ਼ ਸੁਣਿਓ ਸ਼ਰਵਣੰ ਸਤ ਸੰਤ ਸਰੂਪ ਆਇਓ ਰਵਣੰ। ਉਸ ਦੇਸ਼ ਦੇ ਰਾਜੇ ਤੱਕ ਵੀ ਖਬਰ ਪਹੁੰਚ ਗਈ, ਉਹਨੇ ਵੀ ਆਪਣੇ ਕੰਨਾਂ ਨਾਲ ਸੁਣਿਆ ਕਿ ਖੁਦ ਕਰਤਾਰ ਜੀ ਦਾ ਸਰੂਪ, ਰੱਬ ਜੀ ਦਾ ਰੂਪ ਸਾਡੇ ਨਗਰ ਦੇ ਬਾਹਰ ਆ ਕੇ ਟਿਕੇ ਨੇ। ਤੇ ਉਹ ਰਾਜਾ ਜਿਹੜਾ ਹੈ ਨਾ, ਉਹ ਰਾਜਾ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਕੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਉਂਦਾ ਹੈ। ਗਤ ਦਾ ਬਲਵਾਨ ਵਿਸਾਲ ਕਲਾ ਅਵਲੋਕਤ ਲੋਚਨ ਹੋਤ ਭਲਾ। ਔਰ ਉਹਦੇ ਤੱਕ ਇਹ ਖਬਰ ਪਹੁੰਚਦੀ ਹੈ ਵੀ ਉਹ ਮੁਕਤੀ ਦੇ ਦਾਤਾ ਜੀ ਨੇ, ਇੰਨੇ ਵੱਡੇ ਦਾਤੇ ਨੇ ਕਿ ਉਹਨਾਂ ਕੋਲ ਕਲਾ ਬਹੁਤ ਹੈ, ਰਹਿਮਤ ਬਹੁਤ ਹੈ। ਜੇ ਕਿਤੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ, ਆਪਣੇ ਨੇਤਰਾਂ ਨਾਲ ਨਿਹਾਰ ਵੀ ਲੈਣ ਨਾ, ਕਿਤੇ ਰਹਿਮਤ ਭਰੀ ਨਿਗਾਹ ਨਾਲ ਵੇਖ ਵੀ ਲੈਣ, ਜਿਹਦੇ ਵੱਲ ਤੱਕਦੇ ਨੇ ਉਸੇ ਦਾ ਭਲਾ ਹੋ ਜਾਂਦਾ ਹੈ। ਮਤਲਬ ਗੁਰੂ ਨਾਨਕ ਸਾਹਿਬ ਜੀ ਕੀ ਬਖਸ਼ਿਸ਼ ਰੂਪ ਨਦਰ ਦੇ ਹੇਠਾਂ ਜਿਹੜਾ ਵੀ ਆ ਜਾਂਦਾ ਹੈ, ਜਿਹਦੇ ਉੱਤੇ ਸਾਹਿਬ ਨਦਰ ਸਵੱਲੀ ਕਰ ਦਿੰਦੇ ਨੇ, ਉਸੇ ਦਾ ਭਲਾ ਸਾਹਿਬ ਜੀ ਕਰ ਦਿੰਦੇ ਹਨ। ਪਟ ਪੇਟਨ ਕੋ ਪਟ ਪੇਟ ਲਈ ਕਟ ਕੋ ਪਟ ਪਟ ਹੈ ਤਿਟ ਪਈ। ਉਹਨੇ ਸਤਿਗੁਰੂ ਜੀ ਨੂੰ ਭੇਟਾ ਕਰਨ ਵਾਸਤੇ, ਹੁਣ ਉਹ ਰਾਜਾ ਸੀ, ਜਿੱਥੇ ਪਹਿਲਾਂ ਲੋੜਵੰਦ ਜ਼ਰੂਰਤਮੰਦ ਆਉਂਦੇ ਰਹੇ, ਹੁਣੇ ਰਾਜਾ ਇਹਨੂੰ ਲੋੜ ਕਿਸੇ ਵਸਤੂ ਦੀ ਨਹੀਂ, ਪਦਾਰਥ ਕਮੀ ਨਹੀਂ ਹੈ ਕਿਸੇ। ਇਹ ਆਇਆ ਮਾਲਕ ਜੀ ਦੇ ਦਰਸ਼ਨ ਕਰਨ ਵਾਸਤੇ, ਸਤਿਗੁਰੂ ਜੀ ਦੇ ਲਈ ਦਰਸ਼ਨੀ ਭੇਟਾ ਲੈ ਕੇ ਆਉਂਦਾ। ਔਰ ਦਰਸ਼ਨੀ ਭੇਟਾ ਜਿਹੜੀ ਨਾ, ਉਹ ਮਾਲਕ ਪਾਤਸ਼ਾਹ ਜੀ ਨੂੰ ਅਰਪਣ ਕਰਨ ਵਾਸਤੇ ਇਹ ਵਸਤਰ ਜਿਹੜੇ ਨਾ ਉਹ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਪਾਸ ਪਹੁੰਚਦਾ ਹੈ। ਪਟ ਪੀਰ ਲਏ ਚਲ ਆਏ ਤਹਾਂ ਅਰਬਿੰਦ ਬਿਲੋਚਨ ਬੈਸ ਜਹਾਂ। ਆਪਣੇ ਨਾਲ ਆਪਣੇ ਸਿਪਾਹੀ ਵੀ ਲੈ ਲਏ ਜਿਹੜੇ ਬਹੁਤ ਵੱਡੇ ਸੂਰਮੇ ਨੇ, ਉਹਨਾਂ ਨੂੰ ਨਾਲ ਲੈ ਕੇ ਕਮਲ ਮੁਖ ਵਾਲੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਦੀਦਾਰ ਕਰਨ ਵਾਸਤੇ ਇਹ ਚੱਲ ਪਿਆ। ਅਰਬੰਦ ਕਰੀ ਪਦ ਬੰਧਨਤਾ ਚਖ ਸੋ ਮੁਖ ਦੇਖ ਆਨੰਦ ਬਤਾ। ਉੱਥੇ ਪਹੁੰਚ ਕੇ ਨਾ ਇਹਨੇ ਦੋਵੇਂ ਹੱਥ ਜੋੜੇ, ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਉੱਤੇ ਵੰਦਨਾ ਕੀਤੀ, ਨਮਸਕਾਰ ਕੀਤੇ। ਨਮਸਕਾਰ ਕਰਕੇ ਸਾਹਿਬ ਜੀ ਕੇ ਦੀਦਾਰ ਕੀਤੇ, ਦਰਸ਼ਨ ਕੀਤੇ। ਔਰ ਦਰਸ਼ਨ ਕਰਕੇ ਨਾ ਜਦੋਂ ਸਤਿਗੁਰੂ ਜੀ ਦੇ ਚਿਹਰੇ ਵੱਲ ਵੇਖਦਾ, ਮਾਲਕ ਜੀ ਦੇ ਮੁਖ ਵੱਲ ਵੇਖਦਾ ਤੇ ਬੜਾ ਆਨੰਦ ਮਹਿਸੂਸ ਹੋਇਆ ਨਾ। ਹੈ ਤੇ ਰਾਜਗੱਦੀ ਤੇ ਬੈਠਾ ਸੀ, ਹੁਣ ਸੰਸਾਰਕ ਕੋਈ ਭੁੱਖ ਨਹੀਂ ਸੀ, ਸੰਸਾਰਕ ਕਿਸੇ ਵਸਤੂ ਦੀ ਕਮੀ ਨਹੀਂ ਸੀ, ਪਰ ਜਿਹੜਾ ਇੱਕ ਸਕੂਨ, ਜਿਹੜੀ ਇੱਕ ਸ਼ਾਂਤੀ ਔਰ ਟਿਕਾ ਇਨਸਾਨ ਨੂੰ ਚਾਹੀਦਾ ਨਾ, ਉਹਦੀ ਲੋਚਾ ਅਜੇ ਵੀ ਸੀ। ਜਿਸ ਕਰਕੇ ਰਾਜਾ ਰਾਜਗੱਦੀ ਤੇ ਬੈਠਾ ਵੀ ਤੜਫਦਾ ਹੈ, ਕਿਉਂਕਿ ਕੋਲੇ ਟਿਕਾ ਨਹੀਂ। ਜਦੋਂ ਇਹ ਸਾਹਿਬ ਜੀ ਕੇ ਆ ਕੇ ਦਰਸ਼ਨ ਕਰਦਾ, ਮਾਲਕ ਜੀ ਦੇ ਚਰਨਾਂ ਕਮਲਾਂ ਤੇ ਇਹਨੇ ਨਮਸਕਾਰ ਕੀਤੀ, ਸਤਿਗੁਰੂ ਜੀ ਦਾ ਮੁਖ ਆਪਣੇ ਨੇਤਰਾਂ ਨਾਲ ਜਦੋਂ ਇਹਨੇ ਨਿਹਾਰਿਆ, ਬੜਾ ਸਕੂਨ ਮਿਲਿਆ ਹਿਰਦੇ ਨੂੰ। ਉਹ ਸਕੂਨ ਮਿਲਿਆ ਜਿਸ ਟਿਕਾ, ਜਿਸ ਸਕੂਨ ਨੂੰ ਰਾਜਾ ਖੋਜਦਾ ਸੀ, ਜਿਹੜਾ ਟਿਕਾ ਕਦੇ ਰਾਜ ਗੱਦੀ ਤੇ ਬੈਠਿਆਂ ਵੀ ਨਹੀਂ ਸੀ ਮਿਲਿਆ ਨਾ, ਅੱਜ ਉਹ ਜ਼ਮੀਨ ਤੇ ਬੈਠਿਆਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਬੈਠਿਆਂ ਹੋਇਆਂ ਮਾਲਕ ਜੀ ਦੇ ਦਰਸ਼ਨ ਕਰਕੇ ਮਿਲ ਰਿਹਾ। ਉਹ ਰਾਜਾ ਬੜਾ ਸਕੂਨ ਤੇ ਆਨੰਦ ਮਹਿਸੂਸ ਕਰਦਾ ਹੈ ਔਰ ਸਾਰਾ ਹਿਰਦਾ ਆਨੰਦ ਦੇ ਨਾਲ ਖਿੜ ਗਿਆ। ਪਨ ਆਨਨ ਬੇਨਤ ਦੀਨ ਮਨੰ ਉਪਕਾਰ ਕਹੇ ਤਰਿਓ ਜੋਤਨੰ। ਔਰ ਨਾ ਸਾਹਿਬ ਜੀ ਕੇ ਦਰਸ਼ਨ ਕਰਕੇ ਇਹਨੇ ਨਾ ਸਤਿਗੁਰੂ ਜੀ ਦੇ ਸਨਮੁਖ ਬਹਿ ਕੇ ਤੇ ਆਪਣੀ ਰਸਨਾ ਤੋਂ ਬਚਨ ਕਹੇ, ਬੋਲ ਆਖਦਾ ਤੇ ਕਹਿੰਦਾ ਹੋਇਆ ਸਾਹਿਬ ਜੀ ਨੂੰ ਆਖਦਾ ਵੀ ਹੇ ਕਿਰਪਾਲੂ ਦਾਤਾ ਜੀਓ, ਆਪ ਜੀ ਨੇ ਜਿਹੜਾ ਇਹ ਸਰੂਪ ਧਾਰਨ ਕੀਤਾ ਹੈ, ਆਪ ਜੀ ਨੇ ਜੋ ਆਕਾਰ ਧਾਰਨ ਕੀਤਾ ਹੈ ਨਾ, ਇਹ ਆਕਾਰ ਤਨ ਜਿਹੜਾ ਆਪ ਜੀ ਨੇ ਧਾਰਨ ਕੀਤਾ, ਇਹ ਤਨ ਆਪ ਜੀ ਨੇ ਉਪਕਾਰ ਵਾਸਤੇ ਧਾਰਨ ਕੀਤਾ, ਲੋਕਾਂ ਦਾ ਉਧਾਰ ਕਰਨ ਵਾਸਤੇ ਹੀ ਆਪ ਜੀ ਸਰੀਰ ਰੂਪ ਵਿੱਚ ਆਏ ਹੋ। ਉਪਦੇਸ਼ ਦੀ ਜੈ ਨਿਜ ਸਿੱਖ ਕਰੋ
ਪਵ ਬੰਦ ਅਮ ਕੰਡਨ ਮੈਲ ਹਰੋ। ਔਰ ਆਖਦਾ ਹੱਥ ਜੋੜ ਕੇ ਵੀ ਹੁਣ ਆਪ ਜੀ ਆਪਣਾ ਉਪਦੇਸ਼ ਕਰੋ, ਆਪਣਾ ਉਪਦੇਸ਼ ਦਿਓ, ਆਪਣੀ ਸਿੱਖਿਆ ਦਿਓ, ਆਪਣਾ ਗਿਆਨ ਦਿਓ, ਔਰ ਗਿਆਨ ਦੇ ਕੇ ਆਪਣਾ ਸੇਵਕ ਕਰੋ, ਆਪਣਾ ਸਿੱਖ ਕਰ ਲਓ, ਔਰ ਰਹਿਮਤ ਕਰਕੇ ਐਸੀ ਸਿੱਖਿਆ, ਐਸਾ ਉਪਦੇਸ਼ ਦਿਓ ਕਿ ਜਿਹਦੇ ਸਦਕਾ ਜ਼ਿੰਦਗੀ ਵਿੱਚ ਕੀਤੇ ਹੋਏ ਅੱਜ ਤੱਕ ਜਿੰਨੇ ਕਰਮ ਸਨ ਭੈੜੇ, ਮੈਲ ਜਿੰਨੀ ਅੱਜ ਤੱਕ ਕਮਾਈ ਹੈ, ਉਹ ਸਾਰੀ ਦੀ ਸਾਰੀ ਮੈਲ ਤੋਂ ਛੁਟਕਾਰਾ ਹੋ ਜਾਏ। ਐਸਾ ਉਪਦੇਸ਼ ਕਰਕੇ ਆਪ ਜੀ ਆਪਣਾ ਸੇਵਕ ਕਰ ਲਵੋ। ਸੁਨ ਕੀ ਰਤ ਕੋ ਸਰਦਾ ਤਰ ਕੇ, ਭਗਵਾਨ ਗਏ ਜਮ ਤੇ ਡਰ ਕੇ। ਮੈਂ ਤੇ ਆਪ ਜੀ ਦੀ ਵਡਿਆਈ ਸੁਣ ਕੇ ਸ਼ਰਧਾ ਰੱਖ ਕੇ ਆਪ ਜੀ ਕੋਲ ਆਇਆ ਹਾਂ। ਆਪ ਜੀ ਦੇ ਆ ਕੇ ਚਰਨ ਫੜੇ ਨੇ, ਮੌਤ ਤੋਂ ਡਰਦੇ ਹੋਏ ਨੇ, ਮੌਤ ਤੋਂ ਡਰਦਾ, ਜਮਾਂ ਤੋਂ ਡਰਦਾ ਹੋਇਆ, ਔਰ ਜ਼ਿੰਦਗੀ ਵਿਚਲੇ ਦੁੱਖਾਂ ਤੋਂ ਘਬਰਾਉਂਦਿਆਂ ਹੋਇਆਂ ਆ ਕੇ ਆਪ ਜੀ ਦੇ ਚਰਨ ਫੜੇ ਹਨ। ਸੁਨ ਕੇ ਸੁਖ ਦਾਨ ਪਨੇ ਬਚਨਾ, ਜਿਨ ਮੈਂ ਗਦ ਦੇਵਨ ਕੀ ਰਚਨਾ। ਸੁੱਖਾਂ ਦੇ ਦਾਤੇ ਨੇ ਉਹਦੇ ਬਚਨ ਜਦੋਂ ਸੁਣੇ, ਰਾਜੇ ਦੇ ਬਚਨਾਂ ਨੂੰ ਸੁਣਿਆ, ਮਾਲਕ ਪਾਤਸ਼ਾਹ ਜੀ ਆਪ ਆਪਣੇ ਮੁਖ ਤੋਂ ਫਿਰ ਆਖਦੇ ਨੇ, ਤੇ ਮੁਖ ਤੋਂ ਆਖਦਿਆਂ ਹੋਇਆਂ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਨ ਗਤ ਦੇਵਨ ਕੀ ਰਚਨਾ, ਜਿਨ ਮੈਂ ਗਤ ਦੇਵਨ ਕੀ ਰਚਨਾ, ਵੀ ਜਿਨ੍ਹਾਂ ਦੇ ਵਿੱਚ ਗਤੀ ਦੇਣ ਦੀ ਰਚਨਾ ਹੈ, ਗਤੀ ਦੇਣ ਦੀ, ਮੁਕਤੀ ਦੇਣ ਦੀ ਤਾਕਤ ਹੈ, ਉਹ ਗੁਰੂ ਨਾਨਕ ਸਾਹਿਬ ਨੇ ਫਿਰ ਬਚਨ ਆਖੇ। ਸੁਖ ਮੈਂ ਦੁਖ ਮੈਂ ਨਿਤ ਨਾਮ ਭਜੋ, ਸਤ ਸੰਗਤ ਪ੍ਰੀਤ ਹਿਰਦੈ ਨ ਤਜੋ। ਬੜਾ ਸੁਖਾਲਾ ਜਿਹਾ ਤਰੀਕਾ ਦਿੱਤਾ, ਕਿਉਂਕਿ ਇਸ ਚੀਜ਼ ਦੀ ਸਾਨੂੰ ਬਹੁਤ ਵੱਡੀ ਲੋੜ ਹੈ, ਬਹੁਤ ਵੱਡੀ ਜ਼ਰੂਰਤ ਹੈ। ਇਹ ਕੇਵਲ ਉਹ ਰਾਜੇ ਲਈ ਉਪਦੇਸ਼ ਨਹੀਂ ਹੈ, ਸਾਡੀਆਂ ਜ਼ਿੰਦਗੀਆਂ ਵਿੱਚ ਵੀ ਇਹ ਉਪਦੇਸ਼, ਜੇ ਅਸੀਂ ਇਸ ਸਿੱਖਿਆ ਨੂੰ ਵਸਾਈਏ ਨਾ, ਤਾਂ ਜੀਵਨ ਸਾਡਾ ਵੀ ਖੁਸ਼ਹਾਲੀ ਨਾਲ ਭਰ ਜਾਏ। ਮਾਲਕ ਕਹਿੰਦੇ ਸੁੱਖ ਹੋਵੇ ਤੇ ਭਾਵੇਂ ਹੋਵੇ ਦੁੱਖ, ਸਮਾਂ ਚੰਗਾ ਹੋਵੇ ਤੇ ਭਾਵੇਂ ਹੋਵੇ ਮਾੜਾ, ਹਾਲਾਤ ਚੰਗੇ ਹੋਣ ਤੇ ਭਾਵੇਂ ਹਾਲਾਤ ਹੋਣ ਮਾੜੇ, ਕਦੇ ਰੱਬ ਜੀ ਦਾ ਚਿੰਤਨ ਵਿਸਰੇ ਨਾ। ਤੇ ਸਾਡੀ ਹਾਲਤ ਕੀ ਹੁੰਦੀ, ਜਦੋਂ ਤੇ ਹੁੰਦਾ ਸੁੱਖ ਉਦੋਂ ਕਿਹੜਾ ਰੱਬ, ਜਦੋਂ ਹਾਲਾਤ ਹੋਣ ਚੰਗੇ ਕਿਹੜਾ ਕਰਤਾਰ, ਜਦੋਂ ਸਮਾਂ ਹੋਵੇ ਚੰਗਾ ਤੇ ਕਿਹੜਾ ਅਕਾਲ ਪੁਰਖ, ਕਿਹੜਾ ਪਰਮੇਸ਼ਵਰ। ਹੁਣ ਬਿਲਕੁਲ opposite, ਜਦੋਂ ਹਾਲਾਤ ਬਦਲ ਜਾਣ, ਜਦੋਂ ਮਾੜੇ ਆ ਗਏ, ਸਮਾਂ ਮਾੜਾ ਆ ਗਿਆ, ਜਾਂ ਜੀਵਨ ਵਿੱਚ ਦੁੱਖ ਆ ਗਿਆ, ਫਿਰ ਚੇਤਾ ਆਉਂਦਾ ਕਿਹੜਾ ਅਕਾਲ ਪੁਰਖ, ਉਦੋਂ ਜਵਾਬ ਮਿਲਦਾ ਵੀ ਕਿਹੜਾ ਅਕਾਲ ਪੁਰਖ। ਮੰਨ ਲਓ ਜਿਸ ਵਕਤ ਅਸੀਂ ਕਹਿੰਦੇ ਸਾਂ ਕਿਹੜਾ ਰੱਬ, ਜਿੱਦਣ ਅਸੀਂ ਰੱਬ ਕਰਨ ਲੱਗੇ, ਰੱਬ ਉਦੋਂ ਆ ਕੇ ਸਵਾਲ ਕਰੇ ਵੀ ਹੁਣ ਪਤਾ ਲੱਗਾ ਕਿਹੜਾ ਰੱਬ, ਤੇ ਕੀ ਜਵਾਬ ਦੇਵਾਂਗੇ ਅਸੀਂ? ਸਾਡੇ ਕੋਲ ਕੋਈ ਜਵਾਬ ਹੈ? ਕਿਉਂਕਿ ਕਈ ਵਾਰ ਨਾ ਇਨਸਾਨ ਦੇ ਦਿਨ ਜਦੋਂ ਬਦਲ ਜਾਂਦੇ ਨਾ, ਉਦੋਂ ਆਪਣੇ ਸਾਥੀਆਂ ਨੂੰ ਤੇ ਜਿਨ੍ਹਾਂ ਦੀ ਸਹਾਇਤਾ ਸਦਕਾ ਦਿਨ ਬਦਲਣ ਦੇ ਵਿੱਚ ਉਹ ਕਾਮਯਾਬ ਹੋਇਆ, ਉਹਨਾਂ ਨੂੰ ਅਕਸਰ ਕਹਿੰਦਾ ਵੀ ਕੌਣ, ਮੈਂ ਨਹੀਂ ਜਾਣਦਾ। ਹਾਲਾਤ ਬਦਲਦਿਆਂ ਬਹੁਤੀ ਦੇਰ ਨਹੀਂ ਲੱਗਦੀ, ਸਮਾਂ ਹੋ ਸਕਦਾ ਵੀ ਜਿੱਦਾਂ ਦਾ ਪਹਿਲਾਂ ਸੀ ਮੁੜ ਫਿਰ ਉਦਾਂ ਦਾ ਆ ਜਾਏ। ਇਸ ਲਈ ਆਪਣੀ ਸਾਂਝ ਤੇ ਆਪਣਾ ਸੰਬੰਧ ਕਦੇ ਵਿਗਾੜੋ ਨਾ। ਸਿਆਣੇ ਇੱਕ ਗੱਲ ਬੜੇ ਪਿਆਰ ਨਾਲ ਅਖਾਣ ਰੂਪ ਵਿੱਚ ਸਮਝਾਉਂਦੇ, ਪਤਾ ਨਹੀਂ ਕਿਹੜੇ ਵੇਲੇ ਕਦੋਂ ਕਿਸ ਦੀ ਸਾਨੂੰ ਜ਼ਰੂਰਤ ਮੁੜ ਪੈ ਜਾਣੀ ਹੈ। ਇਸ ਲਈ ਸੱਜਣ ਛੱਡੀਏ ਵੰਡ ਸਿਰ, ਫੇਰ ਵੀ ਆਵੇ ਕੰਮ। ਵੀ ਜੇ ਕਿਤੇ ਕਿਸੇ ਸੱਜਣ ਨੂੰ ਛੱਡਣਾ ਵੀ ਪੈ ਜਾਏ, ਉਹਨੂੰ ਇਸ ਢੰਗ ਨਾਲ ਛੱਡੀਏ ਵੀ ਜਦੋਂ ਕੰਮ ਆਵੇ ਉਦੋਂ ਸਾਨੂੰ ਇਹ ਨਾ ਸੋਚਣਾ ਪਏ ਵੀ ਉਹਦੇ ਕੋਲ ਜਾਵਾਂਗੇ ਨਾ ਜਾਵਾਂ, ਉਹਦੇ ਨਾਲ ਸੰਬੰਧ ਐਸਾ ਹੋਵੇ। ਹੁਣ ਗੁਰੂ ਸਾਹਿਬ ਜੀ ਨੇ ਜਦੋਂ ਉੱਥੇ ਜ਼ਿਕਰ ਕੀਤਾ, ਮਾਲਕ ਕਹਿੰਦੇ ਸੁੱਖ ਹੋਵੇ ਹੋਵੇ ਦੁੱਖ, ਰੱਬ ਸਦਾ ਚੇਤੇ ਰੱਖੋ। ਔਰ ਸੱਚਮੁੱਚ ਇੱਕ ਆਪਾਂ ਅਕਸਰ ਪੈਂਪਲੇਟ ਲੱਗਿਆ ਪੜ੍ਹਦੇ ਹਾਂ ਕਿ ਸੁੱਖ ਵਿੱਚ ਸ਼ੁਕਰਾਨਾ, ਦੁੱਖ ਵਿੱਚ ਅਰਦਾਸ ਤੇ ਹਰ ਵੇਲੇ ਸਿਮਰਨ। ਕਿਤੇ ਆਹ ਤਿੰਨ ਗੁਣ ਸਾਡੀ ਜ਼ਿੰਦਗੀ ਵਿੱਚ ਆ ਜਾਣ ਤੇ ਜ਼ਿੰਦਗੀਆਂ ਵਿੱਚ ਕਦੇ ਦੁੱਖ ਤੇ ਤਕਲੀਫ ਨਹੀਂ ਹੋਏਗੀ, ਜੀਵਨ ਖੁਸ਼ਹਾਲੀ ਨਾਲ ਭਰ ਜਾਣਗੇ। ਪਰ ਸਾਡੇ ਜੀਵਨ ਵਿਚਲੇ ਦੁੱਖਾਂ ਦਾ ਕਾਰਨ ਹੀ ਇਹ ਹੈ ਕਿ ਸਾਨੂੰ ਸੁੱਖ ਵਿੱਚ ਉਹ ਚੇਤੇ ਨਹੀਂ ਆਇਆ ਜਿੰਨੇ ਸਾਡੀ ਝੋਲੀ ਵਿੱਚ ਸੁੱਖ ਪਾਏ, ਜਾਂ ਜਿਹਦੇ ਕੋਲੋਂ ਅਸੀਂ ਸੁੱਖ ਮੰਗੇ ਸਨ। ਜਿੱਦਣ ਝੋਲੀ ਵਿੱਚ ਸੁੱਖ ਆਏ ਉਦੋਂ ਦੇਣ ਵਾਲਾ ਹੀ ਵਿਸਰ ਗਿਆ। ਜਦੋਂ ਉਹ ਭੁੱਲ ਜਾਂਦਾ ਹੈ, ਫਿਰ ਚੇਤਾ ਰੱਖੋ ਉਹ ਸੁੱਖ ਵੀ ਸਾਡੇ ਲਈ ਦੁੱਖ ਬਣ ਜਾਂਦੇ ਨੇ। ਉਹ ਸੁੱਖ ਵੀ ਸਾਡੇ ਲਈ ਜਿਹੜੇ ਦੁੱਖਾਂ ਦਾ ਕਾਰਨ ਕਹਿ ਲਓ, ਜਾਂ ਦੁੱਖ ਭਰਿਆ ਸਮਾਂ ਕਹਿ ਲਓ, ਹਾਲਾਤ ਬਦਲਦਿਆਂ ਸਮਾਂ ਨਹੀਂ ਲੱਗਦਾ। ਸਤਿਗੁਰੂ ਜੀ ਨੇ ਆਖਿਆ, ਕਹਿੰਦੇ ਰਾਜਨ, ਚਾਹੇ ਹੋਵੇ ਸੁੱਖ ਤੇ ਭਾਵੇਂ ਹੋਵੇ ਦੁੱਖ, ਹਮੇਸ਼ਾ ਕਰਤਾਰ ਨੂੰ ਭਜੋ, ਰੱਬ ਨੂੰ ਚੇਤੇ ਰੱਖੋ। ਔਰ ਦੂਜਾ ਗੁਣ ਆਪਣੀ ਜ਼ਿੰਦਗੀ 'ਚ ਧਾਰਨ ਕਰ ਲਓ, ਸਤ ਸੰਗ ਦੀ ਪ੍ਰੀਤ ਹਿਰਦੇ 'ਚ ਕਦੇ ਨਾ ਛੱਡੋ। ਸੁੱਖ ਹੋਵੇ ਤਾਂ ਵੀ ਸੰਗਤ ਵਿੱਚ ਜੁੜੋ, ਜੇ ਕਿਤੇ ਸਮਾਂ ਹਾਲਾਤ ਦੁੱਖਾਂ ਨਾਲ ਭਰ ਜਾਏ ਤੇ ਸੰਗਤ ਤਿਆਗਣੀ ਨਹੀਂ, ਉਦੋਂ ਵੀ ਸੰਗਤ ਵਿੱਚ ਪ੍ਰੀਤ ਨਾਲ ਬੈਠਣਾ ਕਰੋ। ਤਨ ਮਨੁਖ ਲਾਲ ਮੋਲ ਪਲਾ, ਤਹਿ ਕੋ ਦਿਨ ਕੋ ਨਾ ਕਰੋ ਬਦਲਾ। ਆ ਜਿਹੜਾ ਮਨੁੱਖਾ ਤਨ ਹੈ ਨਾ, ਤਨ ਮਨੁੱਖ ਲਾਲ ਅਮੋਲ ਭਲਾ, ਇਹ ਬੜਾ ਕੀਮਤੀ ਲਾਲ ਹੈ, ਅਮੋਲਕ ਰਤਨ ਹੈ ਇਹ। ਤੇ ਇਸ ਨੂੰ ਕੌਡੀਆਂ ਦੇ ਭਾਅ ਦੇ ਵਿੱਚ ਨਾ ਖਤਮ ਕਰੋ, ਇਹਨੂੰ ਕੌਡੀਆਂ ਦੇ ਭਾਅ ਵਿੱਚ ਵਿਅਰਥ ਨਾ ਗਵਾਵੋ। ਸਤ ਸੰਗਤ ਸੇ ਪਦਾਰਥ ਜੋ, ਤਨ ਦੇ ਕਰੋ ਨਿਜ ਸਵਾਰਥ ਜੋ। ਸਤ ਸੰਗਤ ਦੀ ਸੇਵਾ ਕਰੋ, ਸੇਵਾ ਕਰਦਿਆਂ ਹੋਇਆਂ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਚਿੰਤਨ ਜਿਹੜਾ ਹੈ ਉਹਦੇ ਵਿੱਚ ਜੁੜੋ। ਤਨ ਸੇਵਾ ਵਿੱਚ ਹੋਵੇ ਤੇ ਮਨ ਸਿਮਰਨ ਵਿੱਚ ਹੋਵੇ। ਜਦੋਂ ਤਨ ਸੇਵਾ ਵਿੱਚ ਤੇ ਮਨ ਸਿਮਰਨ ਵਿੱਚ ਹੋਏਗਾ, ਫਿਰ ਜੋ ਪਦਾਰਥ ਹਿਰਦੇ ਵਿੱਚ, ਜੋ ਇੱਛਾ ਹਿਰਦੇ ਵਿੱਚ ਹੋਏਗੀ, ਉਹਨੂੰ ਕਾਮਨਾ ਨੂੰ ਪੂਰੀਆਂ ਕਰਨ ਤੋਂ ਕੋਈ ਵੀ ਰੋਕ ਨਹੀਂ ਸਕਦਾ। ਬਸ ਤਨ ਸੇਵਾ ਵਿੱਚ ਤੇ ਮਨ ਸਿਮਰਨ ਵਿੱਚ। ਜਦੋਂ ਤਨ ਸੇਵਾ ਵਿੱਚ, ਮਨ ਸਿਮਰਨ ਵਿੱਚ ਹੋਏਗਾ, ਇੱਛਾ ਕਦੇ ਮਾੜੀ ਨਹੀਂ ਹੋਏਗੀ, ਭਾਵਨਾ ਕਦੇ ਮਾੜੀ ਨਹੀਂ ਹੋਏਗੀ। ਭਾਵਨਾ ਹਮੇਸ਼ਾ ਚੰਗੀ ਨੂੰ ਫਲ ਲੱਗਦਾ, ਮਾੜੀ ਨੂੰ ਨਹੀਂ। ਇਸ ਕਰਕੇ ਜਿੱਥੇ ਅਸੀਂ ਸੇਵਾ ਔਰ ਸਿਮਰਨ ਵਿੱਚ ਜੁੜਨਾ ਹੈ, ਇਹਨੂੰ ਸਾਡੇ ਧਰਮ ਦੇ ਦੋ ਪਿੱਲਰ ਮੰਨੇ ਜਾਂਦੇ ਨੇ, ਜਾਂ ਪੰਛੀ ਦੇ ਦੋ ਖੰਭ ਮੰਨੇ ਜਾਂਦੇ ਨੇ, ਜਿਨ੍ਹਾਂ ਸਦਕਾ ਇੱਕ ਪੰਛੀ ਆਕਾਸ਼ ਵਿੱਚ ਉਡਾਰੀ ਲਾਉਂਦਾ। ਇੱਕ ਖੰਭ ਨਾਲ ਕਦੇ ਪੰਛੀ ਉਡਾਰੀ ਨਹੀਂ ਲਾਉਂਦਾ। ਤਨ ਦੇ ਨਾਲ ਸੇਵਾ ਤੇ ਮਨ ਨਾਲ ਸਿਮਰਨ, ਇਹ ਦੋ ਖੰਭ ਨੇ ਜਿਹਦੇ ਨਾਲ ਮਨ ਰੂਪੀ ਪੰਛੀ ਨੇ ਅਕਾਲ ਪੁਰਖ ਰੂਪੀ ਪਰਮੇਸ਼ਵਰ ਰੂਪੀ ਆਕਾਸ਼ ਦੇ ਵਿੱਚ ਉਡਾਰੀਆਂ ਲਾਉਂਦਿਆਂ ਆਨੰਦ ਮਾਣਨਾ। ਪਰ ਜੇ ਇੱਕ ਵੀ ਖੰਭ ਨਾ ਹੋਇਆ ਤੇ ਫਿਰ ਆਕਾਸ਼ ਵੇਖ ਤੇ ਸਕਦੇ ਹਾਂ, ਪਰ ਆਕਾਸ਼ ਦਾ ਕਦੇ ਆਨੰਦ ਅਸੀਂ ਮਾਣ ਨਹੀਂ ਸਕਦੇ। ਇਸ ਲਈ ਜੀਵਨਾਂ ਦਾ ਆਧਾਰ ਸੇਵਾ ਔਰ ਸਿਮਰਨ ਬਣ ਜਾਏ। ਤੇ ਗੁਰੂ ਜੀ ਅੱਗੇ ਨੇਤਾ ਪ੍ਰਤੀ ਅਜੋਈ ਤੇ ਅਰਦਾਸ ਕਰਦੇ ਰਿਹਾ ਕਰੋ, ਤੁਮਰੀ ਸ਼ਰਨ ਤੁਮਹਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਰਾਖੋ ਰਾਖਣਹਾਰ ਦਇਆਲਾ ਨਾਨਕ ਘਰ ਕੇ ਗੋਲੇ। ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅਗਾਂਹ ਕਿਹੜਾ ਪਾਵਨ ਉਪਦੇਸ਼ ਹੋਰ ਬਖਸ਼ ਦੇ, ਕਿਸ ਇਲਾਕੇ ਵੱਲ ਸਤਿਗੁਰੂ ਜੀ ਜਾਂਦੇ ਨੇ, ਆਪ ਸੰਗਤਾਂ ਅਗਲੇਰੇ ਦੀਵਾਨਾਂ ਅੰਦਰ ਸਰਵਣ ਕਰੋਗੀਆਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।